ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਨੇ। ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੂੰ ਕਿ ਸਿਹਤ ਨਾਲ ਸੰਬੰਧਿਤ ਜਿੰਨੀ ਜਾਣਕਾਰੀ ਡਾਕਟਰ ਸਾਹਿਬ ਹੋਰਾਂ ਦੇ ਕੋਲੋਂ ਲੈ ਲਈ ਜਾਵੇ ਉਨੀ ਥੋੜੀ ਹੁੰਦੀ ਹੈ। ਲੋਕਾਂ ਤੱਕ ਇਹ ਜਾਣਕਾਰੀ ਪਹੁੰਚਣੀ ਵੀ ਜ਼ਰੂਰੀ ਹੈ, ਕਿਉਂਕਿ ਸਿੱਧੇ ਸ਼ਬਦਾਂ ਦੇ ਵਿੱਚ ਜਦੋਂ ਉਹ ਕਿਸੇ ਵੀ ਬਿਮਾਰੀ ਨੂੰ ਲੈ ਕੇ ਜਾਂ ਲੋਕਾਂ ਦੀ ਸਿਹਤ ਪੱਖੀ ਸਮੱਸਿਆਵਾਂ ਨੂੰ ਲੈ ਕੇ ਜਿਹੜੀ ਜਾਣਕਾਰੀ ਪਹੁੰਚਾਉਂਦੇ ਨੇ ਉਹਦੇ ਨਾਲ ਕਾਫੀ ਕੁਝ ਜਿਹੜਾ ਉਹ ਸਾਫ਼ ਹੋ ਜਾਂਦਾ ਹੈ। ਇਸ ਲਈ ਅਸੀਂ ਅੱਜ ਵਿਸ਼ਾ ਜਿਹੜਾ ਚੁਣਿਆ ਉਹ ਕੈਂਸਰ ਨੂੰ ਲੈ ਕੇ ਹੈ। ਅੱਜ ਪੰਜਾਬ ਦੇ ਵਿੱਚ ਕੈਂਸਰ ਮਰੀਜ਼ਾਂ ਦੀ ਸਥਿਤੀ ਕੀ ਹੈ, ਕੈਂਸਰ ਨੂੰ ਲੈ ਕੇ ਇਲਾਜ ਦੀ ਜਿਹੜੀ ਸਥਿਤੀ ਹੈ ਉਹ ਕਿੱਦਾਂ ਦੀ ਹੈ, ਹਸਪਤਾਲਾਂ 'ਚ ਇਲਾਜ ਕਿੱਦਾਂ ਦਾ ਹੈ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਸਾਡਾ ਖਾਣ ਪੀਣ ਕਿੱਦਾਂ ਦਾ ਹੈ। ਜਦੋਂ ਗੱਲ ਹੁੰਦੀ ਹੈ ਕਿ ਸਾਨੂੰ ਆਰਗੈਨਿਕ ਫੂਡ, ਆਰਗੈਨਿਕ ਵਸਤੂਆਂ ਚਾਹੀਦੀਆਂ, ਹਰ ਤਰੀਕੇ ਦਾ ਆਰਗੈਨਿਕ, ਜਿਹੜੀ ਚੀਜ਼ ਨੂੰ ਅਸੀਂ ਹੱਥ ਪਾ ਲਈਏ, ਭਾਵੇਂ ਉਹ ਪਾਣੀ ਹੋਵੇ ਤੇ ਭਾਵੇਂ ਦੁੱਧ ਹੋਵੇ, ਹਰ ਪੈਸੇ ਸਾਨੂੰ ਜਿਹੜਾ ਇੱਕ ਜ਼ਹਿਰ ਜਿਹੜਾ ਆ ਉਹ ਸਾਡੇ ਸਰੀਰ ਦੇ ਵਿੱਚ ਪਹੁੰਚਦਾ। ਇਹ ਸੁਭਾਵਿਕ ਹੈ ਕਿਉਂਕਿ ਕੀਟਨਾਸ਼ਕਾਂ ਦੀ ਵਰਤੋਂ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰ ਰਹੇ ਹਾਂ ਕਿ ਸਿਹਤ ਨਾਲ ਸੰਬੰਧਿਤ ਪ੍ਰੋਗਰਾਮ ਦੇ ਵਿੱਚ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਏ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਬੜਾ ਡਰਾਵਨਾ ਜਿਹਾ ਸ਼ਬਦ ਹੈ ਕੈਂਸਰ, ਤੇ ਖਾਸ ਕਰ ਔਰਤਾਂ ਦਾ ਜੇ ਅਸੀਂ ਗੱਲ ਕਰੀਏ ਤਾਂ ਭਾਰਤ ਵਿੱਚ ਕੁਝ ਵੱਖਰੇ ਨਵੀਆਂ ਖੋਜਾਂ ਵੀ ਆਈਆਂ ਨੇ ਤੇ ਕਈ ਕਾਰਨ ਵੀ ਨਵੇਂ ਲੱਭੇ ਜਾ ਚੁੱਕੇ ਨੇ, ਜਿਨ੍ਹਾਂ ਵਿੱਚੋਂ ਜਿਵੇਂ ਹੁਣੇ BBC ਵੱਲੋਂ ਤੁਸੀਂ ਪੜ੍ਹੀ ਹੋਈ ਹੋਣੀ ਹੈ ਜੋ ਸਟੇਟਮੈਂਟਸ ਵੀ ਤੇ ਜੋ ਫਿਗਰਸ ਵੀ ਆਏ ਨੇ, ਵਾਕਈ ਬਹੁਤ ਦਿਲ ਦਹਿਲਾਉਣ ਵਾਲੇ ਨੇ ਕਿ ਕਿਵੇਂ ਛੋਟੀ ਉਮਰ ਦੇ ਵਿੱਚ ਛਾਤੀ ਦਾ ਕੈਂਸਰ ਸਾਡੇ ਇਸ ਵੇਲੇ ਬੇਟੀਆਂ ਨੂੰ ਹੋਣ ਲੱਗ ਗਿਆ, ਜੋ ਕਿ ਪਹਿਲਾਂ 55 ਸਾਲ ਦੇ ਨੇੜੇ ਤੇੜੇ ਤੋਂ ਪਹਿਲਾਂ ਸੁਣਿਆ ਹੀ ਨਹੀਂ ਸੀ। ਤੇ ਹੁਣ ਅਜੀਬ ਲੱਗਦਾ ਹੈ ਜਦੋਂ 18 ਸਾਲ 20 ਸਾਲ 22 ਸਾਲ ਬੇਟੀ ਨੂੰ ਹੋਇਆ ਹੋਵੇ। ਵਾਕਈ ਬੜਾ ਖਤਰਨਾਕ ਜਿਹਾ ਲੱਗਦਾ। ਉਹ ਵੀ ਸਭ ਤੋਂ ਭਿਆਨਕ ਚੀਜ਼ ਇਹ ਹੈ, ਸ਼ਬਦ ਇਹ ਤਾਂ ਵਰਤਣੀ ਆ ਕਿ ਅਸੀਂ ਇਹ ਸੋਚਿਆ ਵੀ ਨਹੀਂ ਸੀ ਕਦੇ ਕਿ ਕਿਸੇ ਪ੍ਰੈਗਨੈਂਟ ਲੇਡੀ ਨੂੰ ਜਾਂ ਜੋ ਦੁੱਧ ਪਿਆਉਂਦੀ ਮਾਂ ਹੈ, ਕਿਉਂਕਿ ਉਹ ਇੱਕ ਪ੍ਰੋਟੈਕਸ਼ਨ ਸੀ ਸਾਡੇ ਲਈ ਕਿ ਜਿਹੜੀਆਂ ਮਾਵਾਂ ਦੁੱਧ ਪਿਆਉਣ ਉਹਨਾਂ 'ਚ ਹੁੰਦਾ ਨਹੀਂ। ਪਰ ਹੁਣ ਕਿਉਂਕਿ ਉਹਨਾਂ ਵਿੱਚ ਵੀ ਇਹ ਕੈਂਸਰ ਲੱਭਿਆ ਜਿਹਨੇ ਸਾਨੂੰ ਡਾਕਟਰਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ। ਉਹ ਵੀ ਤੁਸੀਂ ਇਹ ਵੇਖੋ ਕਿ ਇਸ ਵੇਲੇ ਭਾਰਤ ਵਿੱਚ ਨੰਬਰ 1 ਕੈਂਸਰ ਪਹੁੰਚ ਗਿਆ, ਜੋ ਛਾਤੀ ਦਾ ਕੈਂਸਰ ਅਸੀਂ ਕਹਿੰਦੇ ਹਾਂ। ਉਹਨਾਂ ਵਿੱਚ ਲਗਭਗ ਜਿਸ ਕਾਰਨ ਇਹ ਸਾਰੀ ਹਲਚਲ ਹੋਈ ਸਨ 2018 ਵਿੱਚ, ਇਹਦੇ ਬਾਰੇ ਸਾਰੀ ਜਦੋਂ ਟੋਟਲ ਕੇਸਿਸ ਦੇਖੇ ਗਏ ਤਾਂ ਪਤਾ ਲੱਗਿਆ ਕਿ 1.5 ਲੱਖ ਨਵੇਂ ਕੇਸ ਇੱਕੋ ਹੀ ਸਾਲ 'ਚ ਆਏ, ਜੋ ਕਿ ਜਿਸਨੇ ਮਜਬੂਰ ਕਰ ਦਿੱਤਾ ਕਿ ਇਸ ਪਾਸੇ ਖੋਜ ਆਰੰਭੀ ਜਾਏ। ਵਿਸ਼ਵ ਸਿਹਤ ਸੰਸਥਾ ਵੀ ਹਿੱਲੀ। ਸੋ ਉਸ ਕਾਰਨ ਇਹ ਵੇਖਿਆ ਗਿਆ ਕਿ ਜੋ ਪਹਿਲਾਂ 14% ਹੁੰਦੇ ਸਨ, ਯਾਨੀ ਜਿੰਨੇ ਵੀ ਕਿਸਮਾਂ ਦੇ ਕੈਂਸਰ ਸਨ ਉਹਨਾਂ 'ਚ 14% ਕੈਂਸਰ ਜੋ ਔਰਤਾਂ ਦੇ ਸਨ ਉਹ ਛਾਤੀ ਦੇ ਕੈਂਸਰ ਦੇ ਹੁੰਦੇ ਸਨ, ਜੋ ਕਿ ਸਡਨਲੀ 2018 ਤੋਂ ਬਾਅਦ ਫਿਰ 19-20 ਉਹ ਫਿਗਰਸ ਪਹੁੰਚ ਗਏ ਨੇ ਲਗਭਗ 27% ਕੇਸ ਹਰ ਸਾਲ ਜਿਹੜੇ ਵਧੀ ਤੁਰੀ ਜਾ ਰਹੇ ਨੇ ਸਿਰਫ ਛਾਤੀ ਦੇ ਕੈਂਸਰ ਦੇ। ਹੁਣ ਇਹਨਾਂ ਵਿੱਚੋਂ ਜੋ ਜਿਹੜੀ ਸਾਨੂੰ ਯਾਨੀ ਜਾਣਕਾਰੀ ਜੋ ਜਿਸ ਰਾਹੀਂ ਅੱਖਾਂ ਖੁੱਲੀਆਂ ਜਾਂ ਖੋਜ ਦੀ ਲੋੜ ਪਈ, ਉਹ ਇਹ ਸੀ ਕਿ ਜੋ ਜਿਹੜੀਆਂ ਅਸੀਂ ਪੇਂਡੂ ਜਾਂ ਸ਼ਹਿਰੀ ਔਰਤਾਂ ਦਾ ਜੋ ਨਿਰੀਖਣ ਕੀਤਾ ਗਿਆ ਉਹਦੇ ਵਿੱਚ ਪਤਾ ਲੱਗਿਆ ਕਿ ਹਰ 22 ਵਿੱਚੋਂ ਇੱਕ ਔਰਤ ਜੋ ਸ਼ਹਿਰੀ ਔਰਤ ਜਿਹਨੂੰ ਇਹ ਛਾਤੀ ਦਾ ਕੈਂਸਰ ਲੱਭਿਆ ਜਾ ਰਿਹਾ। ਤੇ ਜਦ ਕਿ ਦੂਜੇ ਪਾਸੇ ਧਿਆਨ ਕਰਿਓ ਜੇ ਪੇਂਡੂ ਔਰਤਾਂ ਵਿੱਚ ਝਾਤ ਮਾਰੀਏ ਤਾਂ ਉਹ ਹਰ 60 ਵਿੱਚੋਂ ਇੱਕ ਹੈ, ਜੋ ਕਿ ਬਹੁਤ ਵੱਡਾ ਇੱਕ ਸਾਨੂੰ ਡਿਸਟਰਬਿੰਗ ਫਿਗਰ ਦਿਸਿਆ ਕਿ ਇਹਦਾ ਮਤਲਬ ਹੈ ਸ਼ਹਿਰੀ ਰਹਿਣ ਸਹਿਣ ਤਬਾਹੀ ਵੱਲ ਜਾ ਰਿਹਾ ਹੈ, ਜੋ ਕਿ ਔਰਤਾਂ ਦੀ ਜ਼ਿੰਦਗੀ ਛੋਟੀ ਕਰ ਰਿਹਾ। ਬਹੁਤ ਮਾਇਨੇ ਰੱਖਦਾ ਹੈ। ਇਸ ਕਰਕੇ ਮੈਂ ਗੱਲ ਕਰ ਰਹੀ ਹਾਂ ਕਿ ਪਹਿਲਾਂ ਜੋ ਅਸੀਂ 55 ਸਾਲ ਫਿਰ 40 ਸਾਲ ਹੁਣ 25 ਸਾਲ ਤਾਂ ਵਾਕਈ ਬਹੁਤ ਘਬਰਾਹਟ ਵਾਲੀ ਗੱਲ ਸੀ। ਜਦਕਿ ਵਿਕਸਿਤ ਮੁਲਕਾਂ ਵਿੱਚ ਇਹ ਹੈ ਜ਼ਰੂਰ ਕੈਂਸਰ, ਪਰ ਇੱਕ ਤਾਂ ਉਹਨਾਂ ਦੀ ਜਿਵੇਂ ਅਰਲੀ ਡਿਟੈਕਸ਼ਨ ਹੋ ਜਾਂਦੀ ਹੈ, ਉਹਨਾਂ ਨੂੰ ਪਤਾ ਹੈ, ਜਾਣਕਾਰੀ ਬਹੁਤ ਦਿੱਤੀ ਜਾਂਦੀ ਹੈ। ਮੈਂ ਤੁਹਾਨੂੰ ਸ਼ਾਬਾਸ਼ੀ ਵੀ ਦੇਣਾ ਚਾਹੁੰਦੀ ਹਾਂ ਤੁਹਾਡਾ ਜਿਗਰੇ ਨੂੰ, ਕਿਉਂਕਿ ਇਹੋ ਜਿਹਾ ਵਿਸ਼ਾ ਆਮ ਤੌਰ ਤੇ ਛੋਇਆ ਨਹੀਂ ਜਾਂਦਾ। ਅਸੀਂ ਔਰਤ ਨੂੰ ਇੱਕ ਸ਼ੈ ਗਿਣਦੇ ਹਾਂ। ਸੋ ਉਹਦੇ ਸੰਬੰਧਿਤ ਬਿਮਾਰੀਆਂ ਕੋਈ ਕਿਸੇ ਨੂੰ ਮਾਇਨੇ ਕੋਈ ਰੱਖਦੀਆਂ ਨਹੀਂ, ਪਰ ਤੁਸੀਂ ਇਹੋ ਜਿਹਾ ਵਿਸ਼ਾ ਲੈ ਕੇ ਆਇਓ ਜਿਹੜਾ ਸ਼ਾਇਦ ਕਿੰਨੀਆਂ ਹੀ ਜ਼ਿੰਦਗੀਆਂ ਬਚਾ ਸਕੇਗਾ, ਕਿਉਂਕਿ ਵਿਕਸਿਤ ਮੁਲਕਾਂ ਵਿੱਚ ਉਹਨਾਂ ਨੂੰ
ਨਾ ਸਿਰਫ ਢੰਗ ਸਿਖਾਇਆ ਜਾਂਦਾ ਹੈ ਕਿਵੇਂ ਆਪਣਾ ਸੈਲਫ ਐਗਜ਼ਾਮੀਨੇਸ਼ਨ ਕਰਨਾ ਹੈ, ਬਲਕਿ ਕਿਵੇਂ ਰੈਗੂਲਰ ਚੈੱਕਅਪਸ ਤੇ ਜਾਣਾ ਹੈ, ਕਿਹੜੇ ਤੁਹਾਨੂੰ ਜਿਹੜੀ ਲੱਛਣ ਨੇ ਜਿਨ੍ਹਾਂ ਸਦਕਾ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜਿਹੜੇ ਕਾਰਨ ਉਹ ਅਰਲੀ ਡਿਟੈਕਸ਼ਨ ਹੋ ਜਾਂਦੀ ਹੈ, ਛੇਤੀ ਲੱਭ ਜਾਣ ਕਾਰਨ ਉਹ ਲੰਮੀ ਜ਼ਿੰਦਗੀ ਭੋਗਦੀਆਂ ਨੇ। ਬਿਲਕੁਲ ਬਿਲकुल ਜਦਕਿ बिल्कुल ਭਾਰਤ ਵਿੱਚ ਹੁਣ ਇਹ ਹੂੰ ਦੇਖੋ ਕਿ ਅਸੀਂ ਕਿਉਂਕਿ ਨਾ ਤਾਂ ਇਹ ਦੱਸਦੇ ਆ, ਜਦੋਂ ਤੱਕ ਅਸੀਂ ਮਾਹਵਾਰੀ ਤੱਕ ਦੀ ਜਾਣਕਾਰੀ ਦੇਣਾ ਨਹੀਂ ਚਾਹੁੰਦੇ ਬੇਟੀਆਂ ਨੂੰ, ਉਹਦੇ ਬਾਰੇ ਵੀ ਕਿੰਤੂ ਪ੍ਰੰਤੂ ਕਰ ਲੈਂਦੇ ਆ, ਤਾਂ ਤੁਸੀਂ ਬਿਲਕੁਲ ਆਪ ਹੀ ਸਮਝ ਲਓ ਕਿ ਇਸ ਬਾਰੇ ਕਿਹਨੂੰ ਫਿਕਰ ਹੋਣਾ ਹੈ ਕਿ ਇਹਦੇ ਬਾਰੇ ਦੱਸਿਆ ਜਾਵੇ। ਸੋ ਨਤੀਜਾ ਹੈ ਕਿ 50% ਯਾਨੀ ਹਰ ਦੋਆਂ ਚੋਂ ਇੱਕ ਔਰਤ ਜੋ ਡਾਇਗਨੋਜ਼ ਹੁੰਦੀ ਹੈ, ਜਿਹਨੂੰ ਲੱਭਿਆ ਜਾਂਦਾ ਛਾਤੀ ਦਾ ਕੈਂਸਰ, ਉਹ 5 ਸਾਲਾਂ ਦੇ ਵਿੱਚ ਮਰ ਜਾਂਦੀ ਜੇ। ਯਾਨੀ 50% ਮੌਤ ਦਰ ਹੋਣੀ ਬਹੁਤ ਜ਼ਿਆਦਾ ਹੁੰਦੀ ਜੇ, ਉਹ ਵੀ ਉਸ ਕੈਂਸਰ ਦੀ ਜਿਹਦਾ ਇਲਾਜ ਹੈ, ਜਿਸ ਤੋਂ ਅਸੀਂ ਬਚ ਸਕਦੇ ਹਾਂ, ਲੰਬੀ ਜ਼ਿੰਦਗੀ ਭੋਗ ਸਕਦੇ ਹਾਂ। ਕੇਸਿਸ ਨੇ ਸਾਡੇ ਕੋਲ ਕਿ 20 ਸਾਲ ਜਾਂ 25 ਸਾਲ ਤੱਕ ਵੀ ਕੁਝ ਨਹੀਂ ਵਾਪਰਦਾ, ਉਹ ਠੀਕ ਰਹਿੰਦੀਆਂ ਨੇ। ਪਰ ਬਿਲकुल ਸਿਰਫ ਲੇਟ ਡਿਟੈਕਸ਼ਨ ਹੈ ਤੇ ਜਿਸ ਕਾਰਨ ਅਸੀਂ ਇਹ ਚੀਜ਼ ਤੋਂ ਯਾਨੀ ਇਹਨਾਂ ਨੂੰ ਮੌਤ ਦੇ ਮੂੰਹ ਵੱਲ ਜਾ ਰਹੇ ਹਾਂ। ਹੂੰ ਹੁਣ ਬਿਲकुल ਇਹਨਾਂ ਵਿੱਚੋਂ ਵੀ ਇੱਕ ਹੋਰ ਜ਼ਰੂਰੀ, ਕਿਉਂਕਿ ਕੁਝ ਥੋੜੀ ਬਹੁਤ ਜਾਣਕਾਰੀ ਸ਼ਹਿਰੀ ਔਰਤਾਂ ਨੂੰ ਫਿਰ ਵੀ ਕਿਤੋਂ ਨਾ ਕਿਤੋਂ ਸੁਣਨ ਨੂੰ ਮਿਲ ਜਾਂਦੀ ਹੈ। ਸੋ ਇਸੇ ਬਿਲकुल ਕਾਰਨ ਆਮ ਤੌਰ ਤੇ ਜਿਹੜੇ ਕੇਸ ਪਹੁੰਚਦੇ ਨੇ ਸੈਕੰਡ ਸਟੇਜ ਤੱਕ ਸਾਡੇ ਇੱਥੋਂ ਸ਼ਹਿਰੀ ਜੋ ਹੈ ਪਹੁੰਚ ਜਾਂਦੇ ਨੇ। ਪਰ ਪੇਂਡੂ ਸਾਡੀਆਂ ਜਿਹੜੀਆਂ ਬੀਬੀਆਂ ਭੈਣਾਂ ਜਾਂ ਬਜ਼ੁਰਗ, ਉਹਨਾਂ ਨੂੰ ਕਿਉਂਕਿ ਕੁਝ ਵੀ ਇਸ ਬਾਰੇ ਗਿਆਨ ਨਹੀਂ ਹੁੰਦਾ, ਉਹ ਆਮ ਤੌਰ ਤੇ ਉਦੋਂ ਪਹੁੰਚਦੀਆਂ ਨੇ ਜਦੋਂ ਕੈਂਸਰ ਸਾਰੇ ਸਰੀਰ ਵਿੱਚ ਫੈਲ ਚੁੱਕਿਆ ਹੁੰਦਾ। ਸੋ ਉਹਨਾਂ ਦੀ ਬਿਲकुल ਜ਼ਿੰਦਗੀ ਹੀ 8-6 ਮਹੀਨੇ ਰਹਿ ਜਾਂਦੀ, ਉਸ ਤੋਂ ਅਗਾਂਹ ਜ਼ਿੰਦਗੀ ਨਹੀਂ ਹੁੰਦੀ। ਬਿਲकुल ਅਸਲ 'ਚ ਇਹ ਸਾਰੇ ਕੁਛ ਪਿੱਛੇ ਸਭ ਤੋਂ ਪਹਿਲੀ ਚੀਜ਼ ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ, ਆਪਣੀ ਹੀ ਤੁਸੀਂ ਐਗਜ਼ਾਮੀਨੇਸ਼ਨ ਕਿਵੇਂ ਕਿਸੇ ਵੀ ਔਰਤ ਨੇ ਕਰਨੀ ਹੈ ਕਿ ਗੁਸਲਖਾਨੇ ਵਿੱਚ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਦੋ ਤਿੰਨ ਚੀਜ਼ਾਂ ਜੋ ਬਹੁਤ ਜ਼ਰੂਰੀ ਨੇ ਕਿ ਕਿਤੇ ਛਾਤੀ ਦੋਨੋਂ ਪਾਸੇ ਦੀਆਂ ਬਰਾਬਰ ਨੇ, ਕੋਈ ਇਰੈਗੂਲੈਰਿਟੀ ਤਾਂ ਨਹੀਂ ਆਈ, ਫਿਰ ਇਸੇ ਤਰ੍ਹਾਂ ਕਿਸੇ ਥਾਂ ਤੇ ਲਾਲੀ ਆਈ ਹੋਵੇ ਜਾਂ ਚਮੜੀ ਉਤਰਨੀ ਸ਼ੁਰੂ ਹੋਈ ਹੋਵੇ ਜਾਂ ਗੰਢ ਦਿਸ ਰਹੀ ਹੋਵੇ ਜਾਂ ਜੀ ਛਾਤੀ ਦਾ ਨਿੱਪਲ ਖਿੱਚਿਆ ਹੋਇਆ ਮਹਿਸੂਸ ਹੋਵੇ ਜਾਂ ਫਿਰ ਉੱਥੋਂ ਲਹੂ ਵਗ ਰਿਹਾ ਹੋਵੇ ਜਾਂ ਉੱਥੋਂ ਚਮੜੀ ਜਿਵੇਂ ਨਿੱਪਲ ਦੇ ਆਸ-ਪਾਸ ਤੋਂ ਉਖੜਨੀ ਸ਼ੁਰੂ ਹੋ ਜਾਵੇ। ਇਹੋ ਜਿਹੇ ਸਿੰਪਲ ਜਿਹੇ ਲੱਛਣ ਨੇ, ਜੇ ਸਾਨੂੰ ਪਤਾ ਲੱਗ ਜਾਣ ਅਰਲੀ ਸਟੇਜ ਤੇ, ਕਿਸੇ ਵੀ ਕਿਸਮ ਦੀ ਗਿਲਟੀ ਹੋਵੇ, ਕੱਛ ਵਿੱਚ ਹੋਵੇ ਜਾਂ ਛਾਤੀ ਵਿੱਚ, ਇੱਕਦਮ ਤੁਹਾਨੂੰ ਇਹ ਉਸੇ ਵੇਲੇ ਡਾਕਟਰ ਕੋਲ ਪਹੁੰਚ ਜਾਣਾ ਚਾਹੀਦਾ ਹੈ। ਬਜਾਏ ਕਿ ਇੱਧਰ ਉੱਧਰ ਦੀ ਸੋਚਣ ਤੇ ਵੈਸੇ ਹੋ ਸਕਦਾ ਦੁੱਧ ਇਕੱਠਾ ਹੋ ਸਕਦਾ, ਕੁਝ ਵੀ ਨਾ ਇਹੋ ਜਿਹਾ ਸੋਚੋ, ਇਮੀਡੀਏਟਲੀ ਪਹੁੰਚੋ। ਤੇ ਜੋ ਇੰਟਰਨੈਸ਼ਨਲੀ ਅਸੀਂ ਕਹਿੰਦੇ ਆ ਕਿ ਹਰ ਔਰਤ ਨੂੰ, ਇਹ ਤਾਂ ਸੈਲਫ ਐਗਜ਼ਾਮੀਨੇਸ਼ਨ ਹੈ, ਪਰ ਜੇ ਜੀ ਟੱਬਰ ਵਿੱਚ ਕਿਸੇ ਨੂੰ ਹੈ ਹੂੰ ਤਾਂ ਇਹਦਾ ਮਤਲਬ ਹੈ ਉਹਨਾਂ ਨੂੰ ਇਹ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵੱਧ ਜੇ। ਸੋ ਸਭ ਤੋਂ ਵੱਡਾ ਰੋਲ ਅਦਾ ਕਰਦਾ ਕਿ ਤੁਹਾਡਾ ਆਪਣੇ ਜੀਨਸ ਕੀ ਕਹਿੰਦੇ ਨੇ, ਹੈਰੈਡਿਟੀ ਕੀ ਕਹਿੰਦੇ। ਸੋ ਜਿਹੜੀ ਵੀ ਤੁਸੀਂ ਟੱਬਰ ਵਿੱਚ ਕਿਸੇ ਨੂੰ, ਮਾਂ ਨੂੰ, ਭੈਣ ਨੂੰ, ਇਹਨਾਂ ਨੂੰ ਹੋਇਆ ਹੋਵੇ, ਤਾਂ ਉੱਥੇ ਅੱਗੇ ਇਹ ਕੈਂਸਰ ਜਾਣ ਦਾ ਖਤਰਾ ਕਾਫੀ ਹੋਰ ਵੱਧ ਹੋ ਜਾਂਦਾ। ਸੋ ਇਸੇ ਲਈ ਇਹ ਕਿਹਾ ਗਿਆ ਕਿ ਮੈਮੋਗ੍ਰਾਫੀ ਜੋ ਅਸੀਂ ਟੈਸਟ ਹੈ, ਆਮ ਤੌਰ ਤੇ ਕਹਿੰਦੇ ਆ ਕਿ ਜੇ 40 ਤੋਂ 55 ਸਾਲ ਦੀ ਹੈ ਤਾਂ ਹਰ ਸਾਲ 'ਚ ਇੱਕ ਵਾਰ ਜ਼ਰੂਰ ਕਰਾਉਣਾ ਚਾਹੀਦਾ। ਹੂੰ ਜੇ 55 ਤੋਂ 70 ਨੇ ਤਾਂ ਫਿਰ ਹਰ 2 ਸਾਲ ਬਾਅਦ ਵੀ ਇੱਕ ਵਾਰ ਚੈੱਕਅਪ ਹੋ ਜਾਏ ਤਾਂ ਕੋਈ ਇਸ ਦੇ ਵਿੱਚ ਇੰਨੇ ਕੁ ਨਾਲ ਸਰ ਜਾਂਦਾ। ਆਪਾਂ ਜੀ ਵੱਡੀ ਗੱਲ ਇਹ ਕਿ ਕਾਰਨਾਂ ਵੱਲ ਧਿਆਨ ਕਰੀਏ, ਜੋ ਸਭ ਤੋਂ ਵੱਡੀ ਜ਼ਰੂਰੀ ਗੱਲ ਹੈ ਕਿ ਜੀ ਜੀ ਕੀ ਕਾਰਨ ਨੇ ਜਿਨ੍ਹਾਂ ਸਦਕਾ ਇਹ ਸਾਨੂੰ ਜੋ ਲੱਭੇ ਨੇ, ਉਹ ਬਹੁਤ ਜ਼ਰੂਰੀ ਨੇ ਦੱਸਣੇ। ਜਿਵੇਂ ਮੈਂ ਦੱਸਿਆ, ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਜੈਨੇਟਿਕਸ, ਤੁਹਾਡੇ ਜੀਨਸ ਕੀ ਕਹਿੰਦੇ ਨੇ। ਹੁਣ ਜੇ ਜੀ ਅਸੀਂ ਸਮਝ ਸਕਾਂਗੇ ਕਿਹਨਾਂ ਕਾਰਨਾਂ ਕਰਕੇ ਸ਼ਹਿਰੀ ਔਰਤਾਂ ਵਿੱਚ ਵੱਧ ਹੋਇਆ ਹੈ, ਤਾਂ ਅਸੀਂ ਰੋਕ ਵੀ ਸਕਦੇ ਹਾਂ। ਸੋ ਕੈਂਸਰ ਦਾ ਸਭ ਤੋਂ ਵੱਡਾ ਜੋ ਸਾਡਾ ਨਾਰਾ ਹੁੰਦਾ ਜੇ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸੋ ਹਮੇਸ਼ਾ ਅਸੀਂ ਪਹਿਲਾਂ ਬਚਾਓ ਕਰਨਾ ਸਿੱਖ ਲਈਏ। ਸੋ ਉਹ ਕਾਰਨ ਜੋ ਲੱਭੇ ਗਏ ਨੇ, ਪਹਿਲੀ ਚੀਜ਼ ਕਿ ਅਸੀਂ ਜ਼ਿਆਦਾਤਰ ਜ਼ਿੰਦਗੀ ਰਿਮੋਟ ਦੇ ਉੱਤੇ ਚਲਾਉਂਦੇ ਆ। ਬਿਲकुल ਜੋ ਅਸੀਂ ਅੱਗੇ ਕਸਰਤਾਂ, ਸ਼ਾਮ ਦੀਆਂ ਖੇਡਾਂ ਜਾਂ ਇਹਨਾਂ ਸਾਡੀ ਜ਼ਿੰਦਗੀ ਵਿੱਚ ਕਮਾਲ ਦੀਆਂ ਸੀ ਰੌਣਕਾਂ, ਉਹ ਸਾਰੀਆਂ ਗਵਾ ਕੇ ਅਸੀਂ ਹਰ ਚੀਜ਼ ਕਹਿੰਦੇ ਲਾਈਟ ਵੀ ਜਗਾਣੀ ਹੈ ਤੇ ਸਾਨੂੰ ਰਿਮੋਟ ਮਿਲ ਜਾਏ, ਟੀਵੀ ਵੀ ਬਿਲ ਰਿਮੋਟ ਨਾਲ ਚੱਲ ਜਾਵੇ, ਰੇਡੀਓ ਵੀ ਚੱਲ ਜਾਵੇ। ਸੋ ਹਰ ਚੀਜ਼ ਮੋਬਾਈਲ ਤੇ ਬੈਠੇ ਬੈਠੇ ਅਸੀਂ, ਹਾਲ ਇਹ ਹੈ ਕਿ ਬੱਚਿਆਂ ਨੂੰ ਵੀ ਆਵਾਜ਼ ਮਾਰਨੀ ਹੈ ਤਾਂ ਕਮਰੇ ਵਿੱਚ ਨਹੀਂ, ਇੱਥੋਂ ਹੀ ਮੋਬਾਈਲ ਕਰਕੇ ਸੱਦ ਲੈਂਦੇ ਆ ਜਾਓ।
ਇਹ ਕਹਿਰ ਢਾ ਰਿਹਾ ਜੇ ਸਾਡੇ ਸਰੀਰ ਤੇ, ਸਾਡੀ ਜ਼ਿੰਦਗੀ ਛੋਟੀ ਕਰ ਰਿਹਾ, ਸਾਨੂੰ ਸਮਝ ਹੀ ਨਹੀਂ ਆ ਰਹੀ। ਕਿਉਂਕਿ ਜੀ, ਦੇਖੋ ਨਾ ਤੁਸੀਂ, ਜੇ ਘਰ 'ਚ ਸਕੂਟਰ ਵੀ ਖੜਾ ਨਹੀਂ ਚਲਾ ਰਹੇ, ਖੜਾ ਰੱਖੋਗੇ 15 ਦਿਨ ਬਾਅਦ ਬੈਟਰੀ ਡਾਊਨ ਹੋ ਜਾਂਦੀ। ਤੋ ਬਿਲਕੁਲ। ਸਾਡਾ ਸਰੀਰ, ਜਦ ਤੱਕ ਅਸੀਂ ਇਸੇ ਤਰ੍ਹਾਂ ਹੀ ਬੈਠ ਕੇ ਕੰਮ ਕਰਨਾ ਸ਼ੁਰੂ ਕਰਾਂਗੇ, ਜਾਂ ਘਰ ਹੂੰ, ਵਿੱਚ ਕੰਮ ਵਾਲੀਆਂ ਲੱਗ ਗਈਆਂ ਤੇ ਅਸੀਂ ਹੁਣ ਕਰਨਾ ਹੀ ਨਹੀਂ, ਸੋ ਉਹ ਨਤੀਜਾ ਇਹ ਜੇ ਕਿ ਸ਼ਹਿਰੀ ਔਰਤਾਂ ਇਸ ਵੇਲੇ ਜੋ ਨਿਰਭਰ ਹੋ ਚੁੱਕੀਆਂ ਨੇ ਪੂਰੀ ਤਰ੍ਹਾਂ, ਜਾਂ ਕੰਮ ਵਿੱਚ ਨਿਕਲੀਆਂ ਔਰਤਾਂ ਜਿਨ੍ਹਾਂ ਨੇ ਲਿਫਟ ਤੇ ਹੀ ਥੱਲੇ ਜਾਣਾ, ਲਿਫਟ ਤੇ ਹੀ ਚੜ੍ਹਨਾ, ਤੇ ਕਾਰ 'ਚ ਪਹੁੰਚੇ, ਕਾਰ 'ਚ ਆ ਗਏ, ਜਾਂ ਸਕੂਟਰੀ ਚੱਕੀ ਨਿਕਲ ਕੇ ਆ ਗਏ। ਉਹ ਸਾਈਕਲ ਦੀ ਜੋ ਸਾਨੂੰ ਜ਼ਿੰਦਗੀ ਭੁੱਲ ਚੁੱਕੇ ਆ, ਜਾਂ ਪਿੰਡ ਵਿੱਚ ਔਰਤਾਂ ਜੋ ਖੇਤਾਂ ਵਿੱਚ ਜਾਂਦੀਆਂ ਸੀ, ਹੁਣ ਉਹਨਾਂ ਨੇ ਵੀ ਬਹੁਤ ਬਿਲਕੁਲ। ਸਾਰੀਆਂ ਥਾਵਾਂ ਤੇ ਘਰਾਂ ਵਿੱਚ ਕੰਮ ਵਾਲੀਆਂ ਰੱਖ ਲਈਆਂ ਨੇ। ਸੋ ਉਹੀ ਜੋ ਗੋਹਾ ਕੂੜਾ ਕਰਦੀਆਂ ਦਾ ਹੱਥ ਹਿਲਦਾ ਸੀ, ਸਰੀਰ ਹਿਲਦਾ ਸੀ, ਪੱਠੇ ਵੱਢਦੀਆਂ ਸੀ, ਰੋਟੀ ਲਿਜਾਣੀ, ਲਿਆਉਣੀ, ਉਸੇ ਨੇ ਬਿਲਕੁਲ, ਸਰੀਰ ਨੂੰ ਸਾਰਾ ਘਰ-ਬਾਰ ਸਾਂਭਣਾ, ਸਰੀਰ ਤੰਦਰੁਸਤ ਰਹਿੰਦਾ ਸੀ, ਨਰੋਆ ਰਹਿੰਦਾ ਸੀ। ਹੌਲੀ-ਹੌਲੀ ਬਿਲਕੁਲ। ਅਸੀਂ ਇਸ ਤੋਂ ਪਰਾਂ ਜਾਣ ਦਾ ਕਾਰਨ ਜੇ ਸਾਡੇ ਸਰੀਰ ਅੰਦਰ ਜੋ ਹੌਲੀ-ਹੌਲੀ ਠੰਡਾ ਜੰਮਦਾ ਜਾਂਦਾ ਜੇ, ਉਹਦੇ ਹੂੰ, ਵਿੱਚ ਸਦਕਾ, ਉਸੇ ਸਦਕਾ ਸਾਡਾ ਮੋਟਾਪਾ, ਜੋ ਕਿ ਬਹੁਤ ਇੱਕ ਲੀਡਿੰਗ ਰੀਜ਼ਨ ਬਣ ਚੁੱਕਾ ਹੈ, ਬਿਲਕੁਲ। ਮੈਟਾਬੋਲਿਕ ਸਿੰਡਰੋਮ ਦਾ, ਜਿਸ ਸਦਕਾ ਨਾ ਸਿਰਫ ਡਾਇਬਟੀਜ਼, ਕੈਂਸਰ, ਹਾਰਟ ਅਟੈਕਸ ਹੂੰ। ਤੇ ਬਹੁਤ ਸਾਰੀਆਂ ਬਿਮਾਰੀਆਂ, ਜੋੜਾਂ ਦੀ ਦਰਦ, ਐਲਰਜੀਜ਼, ਵਾਲ ਝੜਨੇ, ਯਾਨੀ ਇਹ ਡਿਪਰੈਸ਼ਨ, ਸਾਰਾ ਕੁਝ ਇੱਕ ਸਰਕਲ ਬਣ ਚੁੱਕਾ ਹੈ ਜਿਹਨੇ ਸਾਨੂੰ ਕੈਦ ਕਰ ਲਿਆ। ਡਾਕਟਰ ਸੋ ਸਾਹਿਬ ਇਸ ਇਹਦੇ ਵਿੱਚ ਵਿੱਚ ਜੀ, ਇਹਦੇ ਵਿੱਚ ਖਾਣ-ਪੀਣ ਦੀ ਗੱਲ ਜਿਹੜੀ ਹੈ ਮਤਲਬ ਕਿ ਅੱਜ-ਕੱਲ੍ਹ ਆਪਾਂ ਦੇਖਿਆ ਕਿ ਜੰਕ ਫੂਡ ਜਿਹਦਾ ਜੀ ਕਰਦਾ ਉਹ ਜਿੱਥੋਂ ਜੀ ਕਰਦਾ ਉਹ ਮੰਗਾ ਲੈਂਦਾ। ਔਨਲਾਈਨ ਡਿਲੀਵਰੀਆਂ ਹੋਣ ਲੱਗ ਗਈਆਂ ਇਸ ਕਰਕੇ। ਖਾਣ-ਪੀਣ ਦਾ ਮਤਲਬ ਕਿ ਸ਼ੁਰੂਆਤੀ ਸਟੇਜ ਦੇ ਵਿੱਚ ਹਰ ਕੋਈ ਚਾਹੁੰਦਾ ਕਿ ਅਸੀਂ ਚੰਗਾ ਖਾਈਏ ਤੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਖਾਣ-ਪੀਣ ਦਾ? ਕਿਉਂਕਿ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਗਟੋਲੀ ਕਿੱਥੇ ਹੋਊਗੀ, ਕਿਵੇਂ ਹੋਊਗੀ। ਮਾੜਾ-ਮੋਟਾ ਪਿੰਡਾਂ ਵਾਲੇ ਤਾਂ ਓਦਾਂ ਹੀ ਸੇਕ ਦੇ ਕੇ ਹੀ ਸਾਰ ਦਿੰਦੇ ਨੇ ਲੋਕ। ਸ਼ਹਿਰੀ ਵੀ ਬਹੁਤਾ ਮਤਲਬ ਇਗਨੋਰ ਹੀ ਕਰ ਦਿੰਦੇ ਨੇ ਕਿਉਂਕਿ ਸਾਡੀਆਂ ਸਿਹਤ ਸਹੂਲਤਾਂ ਹੀ ਇੰਨੀਆਂ ਮਹਿੰਗੀਆਂ ਨੇ। ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਅਸਲ 'ਚ, ਕਿਉਂਕਿ ਮੈਂ ਮੋਟਾਪੇ ਦੀ ਗੱਲ ਕੀਤੀ, ਸੋ ਮੋਟਾਪੇ ਦਾ ਕਾਰਨ 2 ਹੀ ਨੇ, ਕਸਰਤ ਨਾ ਕਰਨੀ ਤੇ ਬੈਠ ਕੇ ਖਾਂਦੇ ਰਹਿਣਾ। ਤੇ ਆਮ ਹੀ ਬਿਲਕੁਲ, ਸਾਡੇ ਤਾਂ ਰਿਵਾਜ ਹੈ ਕਿ ਦੇਸੀ ਘਿਓ ਤੋਂ ਬਗੈਰ ਸ਼ਾਇਦ ਪੰਜਾਬੀਆਂ ਦੀ ਹੋਂਦ ਹੀ ਨਹੀਂ। ਅਸੀਂ ਤਾਂ ਇਸ ਚੀਜ਼ ਤੇ ਟਿਕੇ ਹਾਂ। ਉਹ ਸਾਡਾ ਦੁੱਧ, ਦਹੀਂ ਇਸ ਤਰੀਕੇ ਦੇ ਅਸੀਂ ਸ਼ੁਰੂ ਕੀਤਾ ਹੋਇਆ ਖੁਰਾਕ ਦੇ ਵਿੱਚ ਕਿ ਬੱਚੇ ਨੂੰ ਨਾ ਦਿੱਤਾ ਜਾਵੇ 2 ਵਾਰ ਜਾਂ ਤੋਂ ਲੈ ਕੇ 4 ਵਾਰ ਤੱਕ ਦੁੱਧ, ਤੇ ਅਸੀਂ ਕਹਿੰਦੇ ਹਾਂ ਬੱਚਾ ਕਮਜ਼ੋਰ ਹੋ ਗਿਆ। ਤੋ ਜਦ ਕਿ ਸਾਡਾ ਮੋਟਾਪੇ ਦਾ ਜੋ ਸਿਲਸਿਲਾ ਸ਼ੁਰੂ ਹੋਣਾ ਹੈ, ਜਾਂ ਸਾਡੇ ਹਾਰਟ ਦੀ ਡਿਜ਼ੀਜ਼ ਜੋ ਸ਼ੁਰੂ ਹੋਣੀ ਹੈ, ਤੁਸੀਂ ਹੈਰਾਨ ਹੋਵੋਗੇ ਕਿ ਪਹਿਲੀ ਉਮਰ ਦੇ ਪਹਿਲੇ ਸਾਲ 'ਚ ਸ਼ੁਰੂ ਹੋ ਜਾਂਦੀ ਜੇ। ਹੂੰ, ਤੋ ਉਸੇ ਸਾਲ 'ਚ ਜਦੋਂ ਅਸੀਂ ਦੱਬ ਕੇ ਤੁਸੀਂ ਘਿਓ ਦੇਣਾ ਸ਼ੁਰੂ ਕਰਦੇ ਆ ਬੱਚੇ ਨੂੰ, ਤੇ ਉਹ ਭਾਵੇਂ ਤੇਲ ਹੋਏ, ਭਾਵੇਂ ਘਿਓ ਹੋਵੇ, ਉਹਨੇ ਅੰਦਰ ਜਾ ਕੇ ਜੰਮਣਾ ਹੀ ਹੁੰਦਾ ਹੈ। ਸੋ ਉਹਦੀਆਂ ਬਣ ਰਹੀਆਂ ਨਿੱਕੀਆਂ ਮਹੀਨ ਨਾੜੀਆਂ ਜਿਨ੍ਹਾਂ ਦੇ ਅੰਦਰ ਇਹ ਜੰਮ ਜਾਣਾ ਹੈ, ਉਹਨੇ ਹੀ ਫੈਸਲਾ ਕਰ ਲੈਣਾ ਕਿ ਇਹਨੂੰ 30 ਸਾਲ ਤੇ ਹਾਰਟ ਅਟੈਕ ਦੇਣਾ ਹੈ ਕਿ 40 ਸਾਲ ਤੇ ਦੇਣਾ ਹੈ, ਤੇ ਇਸੇ ਸਦਕਾ ਸਾਡੇ ਬਹੁਤ ਵੱਡੀ ਗਿਣਤੀ ਨੌਜਵਾਨ ਇਸ ਵੇਲੇ ਹਾਰਟ ਅਟੈਕਸ ਨਾਲ ਮਰਦੇ ਪਏ ਨੇ। ਬਿਲਕੁਲ, ਬਿਲਕੁਲ। ਤੋ ਉਹ ਜਿਹੜਾ ਖੁਰਾਕ ਅਸੀਂ ਜਿਨ੍ਹਾਂ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਸਵਾਦ ਪਾ ਦਿੱਤਾ ਹੁਣ ਤਲੀਆਂ ਚੀਜ਼ਾਂ ਦਾ, ਕਿ ਬਾਹਰੋਂ ਲਿਆਓ, ਫਟਾਫਟ ਲਿਆਓ ਜੀ ਪਕੌੜੇ ਬਾਹਰੋਂ ਖਾਣੇ ਨੇ, ਸਮੋਸੇ ਲਿਆਓ, ਕਚੌਰੀਆਂ ਲਿਆਓ, ਤੇ ਅਸੀਂ ਫਿਰ ਭਟੂਰੇ ਛੋਲੇ ਤੇ ਸਾਡੇ ਲਈ ਤਾਂ ਇਸ ਤੋਂ ਬਗੈਰ ਦਿਨ ਚੜ੍ਹਦਾ ਹੀ ਨਹੀਂ, ਫਿਰ ਜਲੇਬੀਆਂ। ਸੋ ਸਾਡਾ ਬਿਲਕੁਲ। ਜਿਹੜਾ ਉਹ ਸਰਕਲ ਬਣ ਚੁੱਕਾ ਹੈ, ਜਿਸ 'ਚ ਵਾਧੂ ਮਿੱਠਾ, ਵਾਧੂ ਲੂਣ ਤੇ ਵਾਧੂ ਹੀ ਘਿਓ, ਹੂੰ, ਇਹ ਤਬਾਹੀ ਮਚਾ ਰਿਹਾ ਜੇ, ਕਿਉਂਕਿ ਇਸ ਤੋਂ ਬਗੈਰ ਪੰਜਾਬੀਆਂ ਨੂੰ ਲੱਗਦਾ ਅਸੀਂ ਸ਼ਾਇਦ ਆਓ ਭਗਤ ਹੀ ਨਹੀਂ ਕੀਤੀ, ਸੋ ਹਰ ਕਿਸੇ ਨੂੰ ਇਹ ਦੇਣਾ ਲਾਜ਼ਮੀ ਸਮਝਦੇ ਹਾਂ। ਜਦਕਿ ਦੁਨੀਆ ਭਰ ਵਿੱਚ, ਮੈਂ ਹੁਣ ਦੁਨੀਆ ਭਰ ਦੀ ਗੱਲ ਰਹੀ ਹਾਂ, ਜਿਹੜੇ ਚੋਟੀ ਦੇ ਅਮੀਰ ਨੇ, ਉਹ ਜੇ ਤੁਸੀਂ ਅਮਰੀਕਾ ਜਾਂ ਕੈਨੇਡਾ 'ਚ ਜਾਓਗੇ, ਦੇਖੋਗੇ ਬਹੁਤ ਵਧੀਆ ਜਿਹੜੇ ਟੌਪ ਦੇ ਰੈਸਟੋਰਾਂ ਨੇ, ਉਹਨਾਂ ਦੇ ਵਿੱਚ ਸਗੋਂ ਪੱਤੇਦਾਰ ਸਬਜ਼ੀਆਂ ਦੇਣੀਆਂ ਸ਼ੁਰੂ ਹੋ ਗਏ। ਹੂੰ, ਸਾਬਤ ਪੱਤੇ ਦਿੰਦੇ ਨੇ ਵੱਖੋ ਵੱਖਰੀ ਕਿਸਮ ਦੇ, ਕਿ ਤੁਸੀਂ ਇਹ ਲਓ ਤੇ ਵੇਖੋ ਇਹਦੇ ਨਾਲ ਸਿਹਤਮੰਦ ਰਹੋਗੇ, ਲੰਮੀ ਜ਼ਿੰਦਗੀ ਭੋਗੋਗੇ ਤੇ ਬਿਮਾਰੀਆਂ ਨਹੀਂ ਹੋਣਗੀਆਂ। ਤੇ ਜੀ, ਅਸੀਂ ਯਾਨੀ ਅਸੀਂ ਕਹਿੰਦੇ ਹਾਂ ਕੋਕ ਆ ਗਿਆ ਕੋਈ, ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਦਿਓ ਇਹਨਾਂ ਨੂੰ ਠੰਡੇ ਪਿਆਓ, ਫਿਰ ਬਿਲਕੁਲ। ਤਲੀਆਂ ਚੀਜ਼ਾਂ ਖਵਾਓ। ਸੋ ਪਹਿਲੀ ਚੀਜ਼ ਤਾਂ ਸਾਨੂੰ ਬਦਲਾਓ ਲਿਆਣਾ ਪਏਗਾ। ਜੇ ਸਾਡੇ ਕੋਲ ਐਗਜ਼ਾਮਪਲਸ ਨੇ 100 ਸਾਲ ਤੇ ਸਾਡੇ ਬੀਬੀ ਜੋ ਮਾਨ ਕੌਰ ਜੀ ਹੁਣ ਨਹੀਂ ਰਹੇ, ਮੈਂ ਬੜੇ ਵਾਰ ਮੈਨੂੰ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਦਾ, ਬੜੀ ਨੇਕ ਸ਼ਖਸੀਅਤ ਸਨ। ਜੀ, ਜੀ। ਤੇ ਉਹਨਾਂ ਤੋਂ ਹੀ ਮੇਰਾ ਖਿਆਲ ਹੈ ਜੇ ਸਾਨੂੰ ਕੁਛ ਅੰਦਾਜ਼ਾ ਹੋ ਜਾਏ ਕਿ ਜੇ ਉਹ 100 ਸਾਲ ਤੇ ਭੱਜ ਸਕਦੇ ਸਨ, ਅਸੀਂ ਕਿਉਂ ਨਹੀਂ ਭੱਜ ਸਕਦੇ। ਸੋ ਪਹਿਲੀ ਚੀਜ਼
ਤਾਂ ਅਸੀਂ ਦਿਮਾਗ ਵਿੱਚ ਬਿਠਾ ਲਿਆ 40ਵਾਂ ਲੱਗ ਗਿਆ ਜੀ, ਹੁਣ ਤਾਂ ਬਹਿ ਜਾਓ, ਬਿਲਕੁਲ ਵੀ ਨਹੀਂ। 50 ਤੱਕ ਤਾਂ ਅਜੇ ਜਵਾਨੀ ਸ਼ੁਰੂ ਹੀ ਹੋਈ ਹੈ, ਸੋ ਤੁਰੋ, ਦੌੜ ਤੁਰਨਾ ਛੱਡੋ, ਦੌੜੋ। ਆਪਾਂ ਪਹਿਲੀ ਚੀਜ਼ ਤਾਂ ਟਹਿਲਣਾ ਛੱਡੀਏ ਕਿ ਅਸੀਂ ਬੱਚਿਆਂ ਨੂੰ ਵੀ ਉਹੀ ਆਦਤ ਪਾਈ ਜਾ ਰਹੇ ਹਾਂ, ਆਓ ਜੀ ਰੀਂਗਦੇ ਤੁਰਦੇ ਆ, ਉਹ ਵੀ ਇੱਕ ਦੂਜੇ ਦੀਆਂ ਬੁਰਾਈਆਂ ਕਰਦੇ। ਸੋ ਪਹਿਲੀ ਚੀਜ਼ ਰਨਿੰਗ ਸ਼ੁਰੂ ਕਰੀਏ, ਸਾਈਕਲਿੰਗ ਕਰੀਏ, ਸਵਿਮਿੰਗ ਕਰੀਏ, ਜੋਗਿੰਗ ਕਰੀਏ। ਇਹ ਚੀਜ਼ਾਂ ਜਾਂ ਕੋਈ ਗੇਮ ਵਿੱਚ ਟੈਨਿਸ, ਫੁੱਟਬਾਲ, ਜੋ ਵੀ, ਪਹਿਲੀ ਚੀਜ਼ ਲਾਜ਼ਮੀ ਕਿ ਅਸੀਂ ਖੇਡਾਂ ਵੱਲ ਜ਼ਰੂਰ ਜਾਣਾ ਹੈ, ਤੇ ਕਿਸੇ ਵੀ ਹਾਲ ਵਿੱਚ ਜਿਹੜੀ ਵੀ ਕੋਈ ਔਰਤ ਹੈ ਜਾਂ ਮਰਦ ਹੈ, ਹਰ ਕਿਸੇ ਨੂੰ ਦੌੜਨਾ ਤਾਂ ਲਾਜ਼ਮੀ ਕਰਨਾ ਹੀ ਹੈ, ਜਿੱਦਾਂ ਅਪਣਾਉਣਾ ਹੀ ਪੈਣਾ ਜੇ ਲੰਮੀ ਜ਼ਿੰਦਗੀ ਜੀਣੀ। ਦੂਜੀ ਬਿਲਕੁਲ। ਚੀਜ਼, ਹਮੇਸ਼ਾ ਵਾਧੂ ਲੂਣ, ਜਿਸ ਦਾ ਮਤਲਬ ਹੈ ਕਿ ਬਾਜ਼ਾਰੀ ਚੀਜ਼ਾਂ ਤੋਂ ਪਰਹੇਜ਼ ਕਰਨਾ ਪੈਣਾ। ਹਮ, ਇਸੇ ਤਰ੍ਹਾਂ ਵਾਧੂ ਘਿਓ, ਤੇਲ, ਹਰ ਚੀਜ਼ ਇਹਨੂੰ ਵੀ ਬੰਦ ਕਰਨਾ ਪੈਣਾ। ਤੇ ਨਾਲੋਂ ਨਾਲ ਖੰਡ ਦਾ ਤਾਂ ਲਗਭਗ ਅਸੀਂ ਬਾਈਕਾਟ ਹੀ ਕਰ ਦਈਏ ਤਾਂ ਠੀਕ ਹੈ। ਸੋ ਇਹ ਚੀਜ਼ ਜੇ ਅਸੀਂ ਬੇਸਿਕਲੀ ਅਪਣਾ ਲਈਏ ਕਿ ਅਸੀਂ ਦੁੱਧ, ਬਹੁਤ ਉਹਦੇ ਚ ਨੈਚੁਰਲੀ ਮਿੱਠਾ ਹੈ, ਤੁਸੀਂ ਉਹ ਦੁੱਧ ਦਿਓ ਬਗੈਰ ਮਿੱਠੇ ਦੇ, ਬਹੁਤ ਸਵਾਦ ਲੱਗੇਗਾ, ਬੱਚੇ ਨੂੰ ਟੇਸਟ ਤੁਸੀਂ ਆਪ ਹੀ ਪਾਉਣਾ, ਸੋ ਉਸੇ ਤਰ੍ਹਾਂ ਹੀ ਲੈਣ ਲੱਗ ਜਾਏਗਾ। ਬਿਲਕੁਲ ਇਸੇ ਹੀ ਤਰ੍ਹਾਂ ਜੇ ਬਿਲਕੁਲ। ਅਸੀਂ ਤਲੇ ਦੀ ਥਾਂ ਤੇ ਅਸੀਂ ਉਹਨੂੰ ਭੁੰਨ ਕੇ ਜਾਂ ਉਬਾਲ ਕੇ ਲੈਣਾ ਸ਼ੁਰੂ ਕਰੀਏ, ਉਹ ਵੀ ਬਹੁਤ ਟੇਸਟੀ ਬਣਦਾ। ਤੁਸੀਂ ਸਬਜ਼ੀਆਂ ਦੇ ਵਿੱਚ ਅੱਛੇ ਸਾਰੇ ਟਮਾਟਰ ਤੇ ਪਿਆਜ਼ ਪਾ ਕੇ ਬਿਨਾਂ ਘਿਓ ਦੇ ਬਣਾਓ ਤਾਂ ਉਹ ਟਮਾਟਰਾਂ ਦੇ ਰਸੇ ਨਾਲ ਹੀ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ। ਹੁਣ ਬਾਜ਼ਾਰੋਂ ਅਸੀਂ ਕਹਿ ਤਾਂ ਦਿੰਨੇ ਆ ਲਿਆਏ, ਨੂਡਲਸ ਦੀ ਗੱਲ ਹੀ ਕਰੀਏ, ਜੀ। ਬੜਾ ਮਹੀਨ ਉਹਦੇ ਤੇ ਲਿਖਿਆ ਹੁੰਦਾ ਇਟ ਕੰਟੇਨਸ ਅਜੀਨੋਮੋਟੋ, ਤੇ ਉਹਦੇ ਬਾਰੇ ਵੀ ਸਾਬਤ ਹੋ ਚੁੱਕਿਆ ਕਿ ਇੱਕ ਤਾਂ ਇਹ ਆਦੀ ਬਣਾਉਂਦਾ ਹੈ ਤੇ ਫਿਰ ਇਹ ਕੈਂਸਰ ਕਰਦਾ ਹੈ। ਪਰ ਅਸੀਂ ਕਿੰਨੀ ਕੁ ਵਾਰ ਹਟਦੇ ਹਾਂ ਜਾਂ ਪੜ੍ਹਦੇ ਹਾਂ, ਜੇ ਤਾਂ ਸਿਗਰਟ ਦੇ ਉੱਤੇ ਮੋਟਾ ਮੋਟਾ ਲਿਖਿਆ ਹੁੰਦਾ ਕੈਂਸਰ ਕਰਨਾ, ਅਸੀਂ ਤਾਂ ਵੀ ਨਹੀਂ ਛੱਡਦੇ। ਬਿਲਕੁਲ ਗੁਟਕੇ ਤੇ ਸਹੀ। ਲਿਖਿਆ ਤਾਂ ਨਹੀਂ ਛੱਡਦੇ। ਠੰਡਿਆਂ ਨਾਲ ਲਿਖਿਆ ਬਿਮਾਰ ਹੋ ਰਹੇ ਹੋ, ਸਿਰਫ ਬਿਮਾਰੀਆਂ ਦਾ ਘਰ ਹੈ, ਤਾਂ ਨਹੀਂ ਛੱਡਦੇ। ਤੇ ਅਸੀਂ ਆਪਣੀ ਸ਼ਰਦਾਈ ਭੁੱਲ ਗਏ, ਅਸੀਂ ਆਪਣੀ ਲੱਸੀ ਭੁੱਲ ਗਏ, ਅਦਰੜਕਾ ਭੁੱਲ ਗਏ, ਨਿੰਬੂ ਪਾਣੀ ਭੁੱਲ ਗਏ, ਉਹ ਚੀਜ਼ਾਂ ਭੁੱਲ ਕੇ ਅਸੀਂ ਆਪ ਹੀ ਇਸ ਪਾਸੇ ਨੂੰ ਤੁਰੇ ਆ, ਤਾਂ ਫਿਰ ਹਮ, ਆਪੇ ਫਾਫੜੀਏ ਤੈਨੂੰ ਕੌਣ ਬਚਾਏ। ਬਿਲਕੁਲ। ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਜੋ ਨੌਜਵਾਨ ਬੱਚੀਆਂ 'ਚ ਪਤਾ ਲੱਗੀ, ਉਹ ਜ਼ਰੂਰ ਹਮ, ਮੈਂ ਸ਼ੇਅਰ ਕਰਦੇ ਹਾਂ। ਜੀ। ਅੱਜ ਕੱਲ ਅਸੀਂ ਸਾਡੀਆਂ ਬੇਟੀਆਂ, ਚੰਗੀ ਗੱਲ ਹੈ ਉਹਨਾਂ 'ਚ ਜਾਗਰਤੀ ਆਈ ਹੈ, ਉਹ ਆਪਣਾ ਅ, ਜ਼ਿਆਦਾ ਪੜ੍ਹਨ ਵੀ ਲੱਗ ਗਈਆਂ ਨੇ ਤੇ ਆਪਣਾ ਅੱਗੋਂ ਕੈਰੀਅਰ ਵਾਸਤੇ ਬੜੀਆਂ ਉਹ ਜਾਗਰਤ ਨੇ, ਉਹ ਚਾਹੁੰਦੀਆਂ ਨੇ ਲੇਟ ਵਿਆਹ ਕਰਨੇ ਨੇ। ਹਮ, ਇਹ ਲੇਟ ਵਿਆਹ ਵੀ ਇੱਕ ਵੱਡਾ ਕਾਰਨ ਬਣਦੇ ਜਾ ਰਹੇ ਨੇ, ਜੋ ਲੱਭੇ ਗਏ ਨੇ ਉਹਨਾਂ ਵਿੱਚ, ਕਿ ਜਿਹੜੇ ਜਿੰਨੀ ਦੇਰ ਬਾਅਦ ਪ੍ਰੈਗਨੈਂਸੀ ਹੋਵੇ ਜਾਂ ਲੇਟ ਵਿਆਹ ਹੋਏ ਹੋਣ, ਉਹਨਾਂ ਵਿੱਚ ਵੀ ਕੈਂਸਰ ਇਹ ਵੱਧ ਹੁੰਦਾ ਜੇ। ਇਸੇ ਜੀ। ਤਰ੍ਹਾਂ ਜਿਹੜੇ ਓਰਲ ਕੰਟਰਾਸੈਪਟਿਵਸ ਨੇ, ਉਹ ਵੀ ਜ਼ਿਆਦਾ ਦੇਰ ਵਰਤੋਂ ਕਰਦੇ ਰਹਿਣ ਨਾਲ ਕਿ ਡਿਲੇਡ ਪ੍ਰੈਗਨੈਂਸੀ, ਲੇਟ ਕਰਨੀ ਹੈ, ਉਹ ਵੀ ਇੱਕ ਕਾਰਨ ਨੇ। ਇਸੇ ਤਰ੍ਹਾਂ ਅਰਲੀ ਮੈਂਸਸ ਜੇ ਆ ਜਾਣ, ਤੁਹਾਨੂੰ ਮਾਹਵਾਰੀ ਛੇਤੀ ਜੇ ਸ਼ੁਰੂ ਹੋ ਰਹੀ ਹੈ, ਉਹਨਾਂ ਹਮ, ਵਿੱਚ ਵੀ ਇਹ ਦੇਖਿਆ ਗਿਆ ਕਿ ਵੱਧ ਹੁੰਦਾ ਜੇ। ਇਸੇ ਤਰ੍ਹਾਂ ਜਿਨ੍ਹਾਂ ਨੂੰ ਬੰਦ ਲੇਟ ਹੋਵੇ, ਫਿਰ ਵੀ ਹਮ, ਉਹਨਾਂ ਵਿੱਚ ਇਹ ਕੈਂਸਰ ਦਾ ਖਤਰਾ ਵੱਧ ਹੁੰਦਾ ਜੇ। ਫਿਰ ਇੱਕ ਬਹੁਤ ਜੋ ਚੇਂਜ ਸ਼ੁਰੂ ਹੋਇਆ ਸਾਡੇ ਬੱਚੀਆਂ ਦੇ ਵਿੱਚ, ਹੁੱਕਾ ਪੀਣ ਦੀ ਆਦਤ ਸ਼ੁਰੂ ਹੋ ਗਈ ਹੈ ਪੰਜਾਬ ਵਿੱਚ ਵੀ, ਜੋ ਕਿ ਵਾਕਈ ਬੜੀ ਖਤਰਨਾਕ ਜਿਹਾ ਰੁਝਾਨ ਸ਼ੁਰੂ ਹੋਇਆ, ਜਿੱਥੇ ਬਿਲਕੁਲ। ਅਸੀਂ ਬੀੜੀਆਂ ਸਿਗਰਟਾਂ ਦੀ ਤਾਂ ਗੱਲ ਹੀ ਛੱਡੋ, ਅਸੀਂ ਤੇ ਸੋਚਦੇ ਹੀ ਨਹੀਂ ਸੀ, ਉੱਥੇ ਬੇਟੀਆਂ ਲਈ ਵੀ ਹੁੱਕਾ ਬਾਰਸ ਖੁੱਲੇ ਹੋਣ, ਹਮ, ਉਹ ਮਾੜੀ ਗੱਲ ਏ। ਕੇਸਿਸ ਸਾਹਮਣੇ ਆ ਚੁੱਕੇ ਨੇ। ਸੋ ਇਹ ਜਿਹੜੀ ਸਿਗਰਟ ਜਾਂ ਸ਼ਰਾਬ ਪੀਣੀ ਵੀ ਔਰਤਾਂ ਵਿੱਚ ਕੈਂਸਰ ਵਧਣ ਦਾ ਕਾਰਨ ਲੱਭਿਆ ਜਾ ਚੁੱਕਿਆ ਹੈ। ਇਸੇ ਤਰ੍ਹਾਂ ਜੋ ਸਟ੍ਰੈਸ ਰਿਲੇਸ਼ਨਸ ਜਿਹੜੇ ਹੈਗੇ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਜੇ, ਬੜਾ ਮੇਜਰ ਰੀਜ਼ਨ ਜੇ, ਜਿਨੇ ਕੈਂਸਰ ਤੋਂ ਲੈ ਕੇ ਹਾਰਟ ਅਟੈਕਸ ਤੋਂ ਲੈ ਕੇ ਪਾਸਾ ਮਾਰਿਆ ਜਾਣਾ ਤੋਂ ਲੈ ਕੇ ਜਿੰਨੀਆਂ ਦੁਨੀਆ ਭਰ ਦੀਆਂ ਬਿਮਾਰੀਆਂ ਨੇ, ਉਹ ਸਾਨੂੰ ਸਟ੍ਰੈਸ ਨੇ ਹੀ ਦੇਣੀਆਂ ਨੇ। ਅਸੀਂ ਹਮ, ਜ਼ਿੰਦਗੀ ਵਿੱਚ ਸ਼ੁਕਰਾਨਾ ਹੀ ਕਰਨਾ ਭੁੱਲ ਗਏ। ਸਾਨੂੰ ਸਿਖਾਇਆ ਸੀ ਲੰਬੀ ਉਮਰ ਭੋਗਣੀ ਹੈ ਭਾਈ, ਤਾਂ ਕਿਰਤ ਕਰੋ, ਤੇ ਬਿਲਕੁਲ। ਫਿਰ ਤੁਸੀਂ ਸ਼ੁਕਰਾਨਾ ਕਰਨਾ ਸਿੱਖੋ। ਤੇ ਫਿਰ ਅੰਦਰ ਦਬਾ ਕੇ ਜੋ ਅਸੀਂ ਲੁਕਾਈ ਜਾਣੀ ਹੈ ਦੌਲਤ, ਜਿਸ ਪਿੱਛੇ ਸਾਨੂੰ ਫਿਕਰ ਪਿਆ ਰਹਿਣਾ, ਉਹ ਉਹਦੇ ਚੋਂ ਦਸਵੰਧ ਕੱਢ ਕੇ ਦੇ ਦਿਓ ਤਾਂ ਦੁਆਵਾਂ ਲਓਗੇ। ਤੇ ਫਿਰ ਬਿਲਕੁਲ। ਇੱਕ ਬਹੁਤ ਵੱਡੀ ਗੱਲ ਕਿ ਦੋਸਤਾਂ ਮਿੱਤਰਾਂ 'ਚ ਜਾਓ, ਰਿਸ਼ਤੇਦਾਰੀ 'ਚ ਜਾਓ, ਥੋੜਾ ਹੱਸੋ ਖੇਡੋ, ਖਿੜਖਿੜਾਓ, ਜੋ ਸਾਡੇ ਬਿਲਕੁਲ। ਅੰਦਰ ਚੰਗੇ ਹਾਰਮੋਨ ਪੈਦਾ ਕਰਦਾ ਹੈ, ਸੈੱਲਾਂ ਦੀ ਟੁੱਟ-ਫੁੱਟ ਰੋਕਦਾ ਹੈ, ਤੇ ਸਾਨੂੰ ਇਹੋ ਜਿਹੀਆਂ ਬਿਮਾਰੀਆਂ ਤੋਂ ਬਚਾਉਂਦਾ ਵੀ ਹੈ। ਬਿਲਕੁਲ। ਬਿਲਕੁਲ। ਬਿਲਕੁਲ।
ਇੱਕ ਹੋਰ ਡਾਕਟਰ ਸਾਹਿਬ ਇਹ ਵੀ ਕਲੀਅਰ ਕਰਕੇ ਜਾਇਓ, ਆਪਾਂ ਔਰਤਾਂ ਦੇ ਕੈਂਸਰ ਬਾਰੇ ਤਾਂ ਗੱਲ ਕੀਤੀ, ਜਿਹੜਾ ਬੱਚਿਆਂ ਨੂੰ ਜਾਂ ਮੇਰੇ ਵਰਗਿਆਂ ਨੂੰ ਵੀ ਕਿਤੇ ਨਾ ਕਿਤੇ ਲੱਛਣ ਪਤਾ ਨਹੀਂ ਲੱਗਦੇ ਸ਼ੁਰੂਆਤੀ ਤੌਰ ਤੇ, ਅਸੀਂ ਕਤਰਾਉਂਦੇ ਆ ਜੇ ਮਾੜਾ ਮੋਟਾ ਹੁੰਦਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸੇਕ ਸੂਕ ਲਾ ਕੇ ਬੰਦਾ ਸਾਰ ਲੈਂਦਾ, ਪਹਿਲੀ ਗੱਲ ਤਾਂ ਪਤਾ ਹੀ ਨਹੀਂ ਲੱਗਦਾ ਕਿ ਇਹ ਲੱਛਣ ਕੈਂਸਰ ਦੇ ਨੇ। ਬਿਲਕੁਲ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਇਹ ਸ਼ਬਦ ਹੀ ਇੰਨਾ ਭਿਆਨਕ ਇਹਦੇ ਨਾਲ ਮੌਤ ਜੁੜੀ ਹੈ ਕਿ ਅਸੀਂ ਕਿਸੇ ਨੂੰ ਕਹਿ ਦਈਏ ਰੈਗੂਲਰ ਚੈੱਕਅਪਸ ਕਰਾਉਂਦੇ ਰਹੋ ਭਈ ਸਾਲ 'ਚ, ਤਾਂ ਕਹਿੰਦੇ ਨਾ ਭਈ ਨਾ ਕਿਤੇ ਕੈਂਸਰ ਲੱਭ ਨਾ ਜਾਏ। ਭਈ ਨਾ ਭਈ ਨਾ ਨਾਲ ਜੇ ਅੰਦਰ ਬੈਠਾ ਹੈ, ਉਹਨੇ ਲੁੱਕ ਤੇ ਜਾਣਾ ਨਹੀਂ, ਉਹਨੇ ਸਗੋਂ ਵਧਣਾ ਹੈ, ਫੈਲਣਾ ਹੈ, ਤਾਂ ਹੀ ਮੌਤ ਹੋਣੀ ਹੈ। ਉਹਨੂੰ ਪਹਿਲੀ ਸਟੇਜ ਤੇ ਲੱਭ ਲਵਾਂਗੇ ਤੇ ਕਿਉਰ ਹੈ, ਟੋਟਲੀ ਠੀਕ ਹੋ ਸਕਦੇ ਹਾਂ। ਸੋ ਸਭ ਤੋਂ ਪਹਿਲੀ ਚੀਜ਼ ਤਾਂ ਰੈਗੂਲਰ ਚੈੱਕਅਪ ਜ਼ਰੂਰ ਕਰਾਇਆ ਜਾਵੇ ਡਾਕਟਰ ਕੋਲ, ਸਾਲ ਵਿੱਚ ਇੱਕ ਵਾਰ ਲਾਜ਼ਮੀ। ਇਹਨੂੰ ਇੱਕ ਰੂਟੀਨ ਹੋਣਾ ਚਾਹੀਦਾ। ਤੇ ਜੇ ਤੁਸੀਂ ਇੱਕ ਵਾਰ, ਕਿਉਂਕਿ ਇਹ ਡੇਂਜਰਸ ਅਸੀਂ ਏਜ ਗਿਣਦੇ ਹਾਂ 40 ਤੋਂ 55 ਦੇ ਵਿੱਚ, ਜਿੱਥੇ ਮੈਜੋਰਿਟੀ ਕੈਂਸਰਸ ਉਸ ਸਮੇਂ ਆਉਂਦੇ ਨੇ। ਸੋ ਪਹਿਲੀ ਚੀਜ਼ ਤਾਂ ਰੈਗੂਲਰ ਚੈੱਕਅਪਸ ਉਸ ਸਮੇਂ ਜ਼ਰੂਰੀ ਨੇ। ਛੋਟੇ ਬੱਚਿਆਂ ਵਿੱਚ ਵੀ ਜਿਹੜੇ ਦਿਖਦੇ ਨੇ ਸਾਨੂੰ ਕੈਂਸਰ, ਕਈ ਤਾਂ ਜਮਾਂਦਰੂ ਹੀ ਜੰਮਦੇ ਹੀ ਨੇ ਵਿੱਚ ਕੈਂਸਰ ਲੈ ਕੇ, ਕੁਝ ਪਹਿਲੇ ਸਾਲ ਜਾਂ 6 ਮਹੀਨਿਆਂ ਦੇ ਅੰਦਰ, ਜਾਂ ਬਲੱਡ ਕੈਂਸਰਸ ਜਿਵੇਂ ਆ ਜਾਂਦੇ ਨੇ। ਸੋ ਇਹ ਸਾਰਿਆਂ ਵਿੱਚ ਜੋ ਇੰਪੋਰਟੈਂਟ ਚੀਜ਼ ਹੈ, ਕਦੇ ਵੀ ਤੁਹਾਡਾ ਭਾਰ ਇੱਕਦਮ ਘਟਣਾ ਸ਼ੁਰੂ ਹੋ ਜਾਏ, ਹਮੇਸ਼ਾ ਚੈੱਕ ਕਰਾਓ। ਡਾਇਬੀਟੀਜ਼ ਹੋ ਸਕਦੀ ਜੇ, ਭਾਰ ਇੱਕਦਮ ਵਧਣਾ ਸ਼ੁਰੂ ਹੋ ਗਿਆ, ਥਾਇਰਾਇਡ ਵੀ ਹੋ ਸਕਦਾ ਹੈ, ਜਾਂ ਘਟਣ 'ਚ ਵੀ ਥਾਇਰਾਇਡ ਦਾ ਰੋਲ ਹੋ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਕੈਂਸਰ ਇੱਕ ਬੜੀ ਵੱਡੀ ਤੇ ਇੰਪੋਰਟੈਂਟ ਚੀਜ਼ ਹੈ, ਤੁਹਾਡਾ ਭਾਰ ਇੱਕਦਮ ਘਟਣਾ ਸ਼ੁਰੂ ਹੋ ਗਿਆ। ਹੋਰ ਵੀ ਕਈ ਕਾਰਨ ਨੇ, ਪਰ ਇਸ ਦਾ ਭਾਰ ਘਟਣਾ ਇੱਕ ਜ਼ਰੂਰੀ ਲੱਛਣ ਜੇ, ਜਿਹਦੇ ਵੱਲ ਧਿਆਨ ਕਰੋ। ਸੈਕੰਡ ਚੀਜ਼ ਹੈ ਤੁਹਾਡੀ ਭੁੱਖ ਇੱਕਦਮ ਮਰ ਜਾਣੀ। ਉਹ ਵੀ ਇੰਪੋਰਟੈਂਟ ਹੈ, ਦੇਖੋ ਕਿਉਂ ਹੋਇਆ। ਫਿਰ ਬੁਖਾਰ ਰਹਿਣਾ ਹਲਕਾ, ਸਰੀਰ ਟੁੱਟਦਾ ਰਹਿਣਾ, ਜਾਂ ਕਿਸੇ ਵੀ ਥਾਂ ਦੀ ਸੋਜ਼ਿਸ਼ ਜਾਂ ਗਿਲਟੀਆਂ ਬਹੁਤ ਇੰਪੋਰਟੈਂਟ ਨੇ, ਜੇ ਦਿਸ ਰਹੀਆਂ ਨੇ ਇੱਕਦਮ ਚੈੱਕ ਕਰਾਓ। ਕਿਸੇ ਵੀ ਥਾਂ ਤੋਂ ਲਹੂ ਵਗਣਾ ਸ਼ੁਰੂ ਹੋਇਆ, ਜ਼ਰੂਰ ਚੈੱਕਅਪ ਕਰਾਓ। ਸੋ ਇਹੋ ਜਿਹੀ ਸੋਜ਼ਿਸ਼ ਜਿਸ ਨਾਲ ਤੁਹਾਡੀ ਕਿਤੇ ਲੱਤਾਂ 'ਚ ਕਮਜ਼ੋਰੀ ਮਹਿਸੂਸ ਹੋਣ ਲੱਗੀ ਹੈ, ਜਾਂ ਕੀੜੀਆਂ ਚੱਲਣ ਲੱਗ ਗਈਆਂ ਨੇ, ਇਸ ਤਰ੍ਹਾਂ ਦੀ ਜੇ ਤਬਦੀਲੀ ਹੈ, ਫਿਰ ਵੀ ਤੁਸੀਂ ਇਮੀਡੀਏਟਲੀ ਚੈੱਕ ਕਰਾਓ। ਫਿਰ ਤੁਹਾਨੂੰ ਕਬਜ਼ ਇੱਕਦਮ ਹੋਣ ਲੱਗ ਗਈ ਹੈ, ਜਾਂ ਇੱਕਦਮ ਟੱਟੀਆਂ ਲੱਗਣ ਲੱਗ ਗਈਆਂ ਨੇ, ਜੋ ਤੁਸੀਂ ਦੇਖ ਰਹੇ ਹੋ ਕਿ ਚੇਂਜਿੰਗ ਹੋ ਰਿਹਾ ਹੈ, ਕਬਜ਼ ਹੋਈ ਫਿਰ ਟੱਟੀਆਂ ਲੱਗ ਗਈਆਂ, ਫਿਰ ਕਬਜ਼ ਹੋਈ ਫਿਰ ਟੱਟੀਆਂ ਲੱਗ ਗਈਆਂ, ਇਮੀਡੀਏਟਲੀ ਇਸ ਲਈ ਵੀ ਸਾਨੂੰ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ। ਫਿਰ ਜੇ ਤੁਹਾਨੂੰ ਫੰਗਲ ਇਨਫੈਕਸ਼ਨਸ ਹੋਣੀਆਂ ਸ਼ੁਰੂ ਹੋ ਗਈਆਂ ਨੇ, ਤੁਹਾਡੀ ਇਹਦਾ ਮਤਲਬ ਹੈ ਇਮਿਊਨਿਟੀ ਡਾਊਨ ਹੋ ਰਹੀ ਹੈ, ਉਹਦੇ ਲਈ ਵੀ ਜ਼ਰੂਰੀ ਤੁਹਾਨੂੰ ਚੈੱਕਅਪ ਕਰਾਉਣ ਦੀ ਲੋੜ ਹੈ। ਪਰ ਕਿਸੇ ਵੀ ਥਾਂ ਤੇ ਸੋਜ਼ਿਸ਼, ਭਾਵੇਂ ਉਹ ਤੁਹਾਡੇ ਜਬਾੜੇ ਵਿੱਚ ਹੈ, ਤੁਹਾਡੇ ਦੰਦ ਥੱਲੇ ਹੈ, ਪੀਕ ਕਿਤੋਂ ਲਗਾਤਾਰ ਨਿਕਲ ਰਹੀ ਹੈ, ਜਿਹੜੀ ਨਹੀਂ ਉਹ ਕੰਟਰੋਲ ਹੋ ਰਹੀ ਆਮ ਦਵਾਈਆਂ ਨਾਲ, ਸੋ ਇਹ ਚੀਜ਼ਾਂ ਤੇ ਜ਼ਰੂਰੀ ਧਿਆਨ ਸਾਨੂੰ ਦੇਣ ਦੀ ਲੋੜ ਹੈ। ਇੱਕਦਮ ਨਜ਼ਰ ਚਲੀ ਜਾਣੀ, ਜਾਂ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਣੀ, ਇਹ ਚੀਜ਼ਾਂ ਵੀ, ਜਾਂ ਬਲਰਿੰਗ ਹੋ ਜੇ, ਤੁਹਾਨੂੰ ਦਿਸ ਨਹੀਂ ਰਿਹਾ, ਇਹ ਚੀਜ਼ਾਂ ਵੀ ਤੁਹਾਨੂੰ ਲੱਛਣ ਕਈ ਆ ਜਾਂਦੇ ਨੇ, ਜਿਹੜੇ ਸਿਰ ਦੇ ਵਿਚਲੇ ਤੁਹਾਡੇ ਕੈਂਸਰ ਦੀ ਸ਼ੁਰੂਆਤ ਹੋ ਸਕਦੀ ਹੈ। ਇੱਕਦਮ ਤਿੱਖੀ ਸਿਰ ਪੀੜ ਰਹਿਣ ਲੱਗ ਜਾਣੀ, ਇਹ ਵੀ ਜ਼ਰੂਰ ਚੈੱਕਅਪ ਤੁਹਾਨੂੰ ਕਰਵਾ ਲੈਣਾ ਚਾਹੀਦਾ। ਜੀ ਬਿਲਕੁਲ। ਡਾਕਟਰ ਸਾਹਿਬ ਇੱਕ ਹੋਰ ਹੁੰਦਾ ਸਾਡੇ ਨਾਲ ਇੱਕ ਜਾਣਕਾਰ ਨੇ, ਮੈਂ ਉਹਦੀ ਐਗਜ਼ਾਮਪਲ ਦਿੰਦਾ ਕਿ ਉਹਨਾਂ ਦੀ ਛਾਤੀ ਦੇ ਵਿੱਚ ਕੈਂਸਰ ਹੋਇਆ ਪਹਿਲਾਂ, ਤੇ ਛਾਤੀ ਦਾ ਇਲਾਜ ਕਰ ਦਿੱਤਾ ਗਿਆ, ਡਾਕਟਰਾਂ ਨੇ ਕੱਟ ਦਿੱਤੀ, ਉਹ ਕਹਿੰਦੇ ਕੈਂਸਰ ਖਤਮ ਹੋ ਗਿਆ। ਕੁਝ ਕੁ ਮਹੀਨਿਆਂ ਬਾਅਦ ਫਿਰ ਦੂਸਰੇ ਪਾਸੇ ਆ ਗਿਆ ਉਹ ਕੈਂਸਰ, ਦੂਸਰੀ ਛਾਤੀ ਦੇ ਵਿੱਚ ਹੋ ਗਿਆ, ਤੇ ਹੁਣ ਉਹ ਸੈਕੰਡ ਸਟੇਜ ਦਾ ਕਹਿ ਰਹੇ ਨੇ ਕਿ ਅੱਗੇ ਲੰਘ ਚੁੱਕਿਆ ਹੈ। ਕੀ ਇਹਦਾ ਕੋਈ ਬਚਾਅ, ਜਾਂ ਜਿਵੇਂ ਪਹਿਲੀ ਸਟੇਜ ਦੇ ਉੱਤੇ ਕਿੱਦਾਂ ਰੋਕਿਆ ਜਾ ਸਕਦਾ ਤਾਂ ਕਿ ਦੂਜੀ ਤੱਕ ਨਾ ਪਹੁੰਚੇ? ਲੋਕ ਬੇਫਿਕਰ ਜੇ ਹੋ ਜਾਂਦੇ ਨੇ ਇਲਾਜ ਕਰਾ ਕੇ ਨਾ, ਇਹ ਹੋ ਜਾਂਦਾ ਕਿ ਬਸ ਹੁਣ ਅਸੀਂ ਠੀਕ ਆ, ਕੀਮੋਥੈਰੇਪੀ ਵੀ ਨਹੀਂ ਕਰਾਉਂਦੇ ਕਿ ਬਸ ਹੁਣ ਲੋਕਾਂ ਦੇ ਮਗਰ ਨਹੀਂ ਲੱਗਣਾ। ਨਹੀਂ, ਇਹ ਬਿਲਕੁਲ ਹੀ ਗਲਤ ਚੀਜ਼ ਹੈ, ਕਿਉਂਕਿ ਜੇ ਤੁਹਾਨੂੰ ਵੇਲੇ ਸਿਰ ਲੱਭਿਆ ਤਾਂ ਉਹਨੂੰ ਪ੍ਰੋਪਰ, ਪਹਿਲੀ ਚੀਜ਼ ਤਾਂ ਐਵੇਂ ਹੀ ਨਾ ਹਰ ਡਾਕਟਰ ਕੋਲ ਜਾਓ। ਜਿਹੜੇ ਕੈਂਸਰ ਸਪੈਸ਼ਲਿਸਟ ਨੇ, ਪ੍ਰੋਪਰ ਹਸਪੀਟਲਸ ਨੇ ਬੜੇ ਵਧੀਆ ਬਣੇ ਹੋਏ, ਜਿਹੜੇ ਕੈਂਸਰ ਦੇ ਨਾਲ ਹੀ ਸੰਬੰਧਤ ਨੇ, ਖਾਸ ਕਰ ਟਾਟਾ ਮੈਮੋਰੀਅਲ, ਮੈਂ ਕੋਈ ਕਿਸੇ ਦਾ ਇਸ਼ਤਿਹਾਰਬਾਜ਼ੀ ਨਹੀਂ ਕਰ ਰਹੀ, ਪਰ ਬਹੁਤ ਵਧੀਆ ਜੇ। ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਬਹੁਤ ਵਧੀਆ ਜੇ। ਸੋ ਇਹਨਾਂ ਥਾਵਾਂ ਤੇ ਜਿੱਥੇ ਬਹੁਤ ਜ਼ਿਆਦਾ ਪੈਸੇ ਵੀ ਨਹੀਂ ਲੱਗਦੇ, ਠੀਕ-ਠਾਕ, ਤੇ ਤੁਸੀਂ ਪ੍ਰੋਪਰ ਟ੍ਰੀਟਮੈਂਟ ਵੀ ਕਰਾ ਸਕਦੇ ਹੋ, ਜਿੱਥੇ ਇਹਦੀ ਸਰਜਰੀ ਇਮੀਡੀਏਟ ਹੋਣੀ ਚਾਹੀਦੀ ਹੈ, ਕੀਮੋਥੈਰੇਪੀ ਵੀ ਹੁੰਦੀ ਹੈ, ਰੇਡੀਓਥੈਰੇਪੀ ਵੀ ਹੁੰਦੀ ਹੈ, ਹਾਰਮੋਨਲ ਟ੍ਰੀਟਮੈਂਟ ਵੀ ਹੁੰਦੀਆਂ ਨੇ। ਵੱਖੋ-ਵੱਖਰੀਆਂ ਟ੍ਰੀਟਮੈਂਟਸ ਕਰਨ ਦੇ ਨਾਲ ਰੈਗੂਲਰ ਚੈੱਕਅਪਸ ਦਾ ਪੂਰਾ ਸਿਸਟਮ ਹੁੰਦਾ ਹੈ ਕਿ ਤੁਸੀਂ ਪਹਿਲੇ ਸਾਲ ਵਿੱਚ ਹਰ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ, ਇਸੇ ਤਰ੍ਹਾਂ ਅਗਲੇ ਸਾਲ ਵਿੱਚ ਐਵਰੀ 3 ਮੰਥਲੀ, ਫਿਰ
ਪੈਟ ਸਕੈਨ ਤੁਹਾਨੂੰ ਹਰ 6 ਮਹੀਨੇ ਬਾਅਦ, ਤਾਂ ਇਸ ਤਰੀਕੇ ਦਾ ਪੂਰਾ ਸਿਸਟਮ ਬਣਿਆ ਹੁੰਦਾ ਜੋ ਤੁਹਾਨੂੰ ਰੈਗੂਲਰ ਚੈੱਕਅਪ ਕਰਾਉਣਾ ਚਾਹੀਦਾ। ਸੋ ਇੱਕ ਵਾਰ ਜੇ ਕੈਂਸਰ ਤੁਹਾਨੂੰ ਹੋ ਗਿਆ ਤਾਂ ਉਹਦੀ ਕਦੇ ਵੀ ਢਿੱਲ ਰੱਖੀ ਹੀ ਨਹੀਂ ਜਾ ਸਕਦੀ। ਉਹ 5 ਸਾਲ ਤੁਹਾਡੇ ਤੇ ਕਹਿਰ ਜੇ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਟ੍ਰੈਸ ਲੈ ਕੇ ਪੈ ਜਾਣਾ ਹੈ। ਉਹਦਾ ਮਤਲਬ ਹੈ ਰੈਗੂਲਰ ਚੈੱਕਅਪਸ ਰੱਖਣੀ ਹੈ, ਪ੍ਰੋਪਰ ਤੁਸੀਂ ਆਪਣੀ ਡਾਈਟ, ਕੁਦਰਤੀ ਖੁਰਾਕ ਤੇ ਆਓ। ਹੁਣ ਬਹੁਤ ਗੰਦ ਖਾ ਲਿਆ, ਹੁਣ ਆਪਾਂ ਨੈਚੁਰਲ ਡਾਈਟ ਰੱਖੀਏ, weight ਕਾਬੂ 'ਚ ਰੱਖੀਏ ਤੇ ਸਟ੍ਰੈਸ ਘਟਾਈਏ। ਵਾਕ ਡੇਲੀ ਕਰੋ, ਬਿਲਕੁਲ। ਤੁਸੀਂ ਐਕਸਰਸਾਈਜ਼ ਆਪਣੀ ਰੂਟੀਨ 'ਚ ਰੱਖੋ। ਤੇ ਇਹ ਚੀਜ਼ਾਂ ਦੀ ਜੇ ਆਪਾਂ ਧਿਆਨ ਰੱਖਾਂਗੇ ਤੇ ਰੈਗੂਲਰ ਚੈੱਕਅਪਸ ਦਾ ਮਤਲਬ ਹੈ ਪਹਿਲਾਂ ਹੀ ਜੇ ਤੁਹਾਨੂੰ ਦਿਸਦਾ ਹੈ ਕਿਤੇ ਵੀ ਮੈਟਾਸਟੇਸਿਸ ਜੇ ਸਟਾਰਟ ਹੋ ਰਹੀ ਹੈ, ਕੁਛ ਵੀ ਹੋਰ ਦਿਸਦਾ, ਤਾਂ ਇਮੀਡੀਏਟਲੀ ਉਹਦੀ ਟ੍ਰੀਟਮੈਂਟ ਹੋਵੇ। ਜਦੋਂ ਇੱਕ ਵਾਰ ਤੁਸੀਂ ਕਰ ਚੁੱਕੇ ਹੋ, ਉਦੋਂ ਡੇਲੀ ਤੁਹਾਨੂੰ ਮਤਲਬ ਆਪਣਾ ਨਹਾਉਣ ਲੱਗਿਆਂ ਹੀ ਤੁਸੀਂ ਕੱਛਾਂ ਆਪਣੀਆਂ 'ਚ ਚੈੱਕ ਕਰ ਸਕਦੇ ਹੋ, ਗਲੇ ਤੇ ਦੇਖ ਸਕਦੇ ਹੋ, ਕੋਈ ਗਿਲਟੀਆਂ ਆਪਣੇ ਆਸ-ਪਾਸ ਤੁਸੀਂ ਹੈ ਤਾਂ ਨਹੀਂ, ਉਹ ਸਾਰੀਆਂ ਚੀਜ਼ਾਂ ਡੇਲੀ ਚੈੱਕ ਕੀਤੀਆਂ ਜਾ ਸਕਦੀਆਂ ਨੇ। ਜਿੱਥੇ ਰੱਤੀ ਵੀ ਡਾਊਟ ਹੋਏ, ਇਮੀਡੀਏਟਲੀ ਜਾਣ ਦੀ ਲੋੜ ਹੈ। ਇਹ ਬਿਲਕੁਲ ਦਿਮਾਗ 'ਚੋਂ ਕੱਢ ਦਿਓ ਕਿ ਇੱਕ ਵਾਰ ਟ੍ਰੀਟਮੈਂਟ ਹੋ ਗਈ, ਕੈਂਸਰ ਕਦੇ ਵੀ ਨਹੀਂ ਹੋਣਾ, ਉਹ ਵਿੱਚੇ ਹੀ ਬੈਠਾ ਜੇ। ਅੱਜ ਨਹੀਂ ਤਾਂ ਜਦੋਂ ਵੀ ਇਮਿਊਨਿਟੀ ਤੁਹਾਡੀ ਘਟੀ, ਇਹ ਫਿਰ ਦੁਬਾਰਾ ਹੱਲਾ ਬੋਲੇਗਾ। ਸੋ ਸਭ ਤੋਂ ਜ਼ਰੂਰੀ ਹੈ ਰੈਗੂਲਰ ਚੈੱਕਅਪਸ ਤੇ ਆਪਣੀ ਇਮਿਊਨਿਟੀ ਤਗੜੀ ਰੱਖਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਦਵਾਈਆਂ ਦੇ ਢੇਰ ਖਾਂਦੇ ਰਹੀਏ, ਕੈਪਸੂਲ ਖਾਂਦੇ ਰਹੀਏ, ਬਲਕਿ ਕੁਦਰਤੀ ਖੁਰਾਕ ਤੇ ਆਈਏ। ਤਾਂ ਹੀ ਜੀ। ਅਸੀਂ ਇਹ ਚੀਜ਼ਾਂ ਤੋਂ ਬਚ ਸਕਾਂਗੇ। ਇੱਕ ਸਪਿਰੁਲੀਨਾ ਬੜੀ ਕਮਾਲ ਦੇ ਕੈਪਸੂਲਸ ਨੇ, ਹਾਈ ਕਲਾਸ ਪ੍ਰੋਟੀਨ ਜਿਨ੍ਹਾਂ ਦੇ ਦੇਖਿਆ ਗਿਆ ਕਿ ਕੈਂਸਰ ਤੱਕ ਲਈ ਵੀ ਉਹ ਕਾਫ਼ੀ ਫ਼ਾਇਦੇਮੰਦ ਸਾਬਤ ਹੋਏ ਨੇ। ਸੋ ਉਹ ਵੀ ਤੁਸੀਂ ਡਾਕਟਰੀ ਸਲਾਹ ਨਾਲ, ਇਹ ਕੁਦਰਤੀ ਹੈ, ਜਿਹਨੂੰ ਅਸੀਂ ਹੈ ਇੱਕ ਕਿਸਮ ਦਾ ਕੀਟਾਣੂ, ਪਰ ਉਹ ਪੱਤਿਆਂ ਦੀ ਸ਼ਕਲ 'ਚ ਹੈ, ਜੋ ਸਬਜ਼ੀ ਵਾਂਗ ਹੀ ਵਰਤਿਆ ਜਾ ਸਕਦਾ, ਕਾਫ਼ੀ ਅਸਰਦਾਰ ਜੇ। ਹੂੰ, ਜੀ। ਡਾਕਟਰ ਸਾਹਿਬ, ਕੁਝ ਹੋਰ ਕੈਂਸਰ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੋਈ ਤੁਸੀਂ ਚਾਹੁੰਦੇ ਹੋ ਕਿ ਇਹ ਵੀ ਲੋਕਾਂ ਤੱਕ ਪਹੁੰਚੇ? ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਜੀ ਦੇਖੋ, ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਓੜ-ਪੋੜ ਕਰਨੀ ਜਾਨਲੇਵਾ ਹੁੰਦੀ ਜੇ। ਸੋ ਕੈਂਸਰ ਹੈ ਤਾਂ ਇਹਦੀ ਪ੍ਰੋਪਰ ਟ੍ਰੀਟਮੈਂਟ ਜ਼ਰੂਰੀ ਜੇ। ਸਾਡਾ, ਮੈਂ ਹਾਂ ਭਾਵੇਂ ਐਲੋਪੈਥਿਕ ਡਾਕਟਰ, ਪਰ ਮੈਨੂੰ ਪਤਾ ਹੈ ਕਿ ਜਿੰਨੀਆਂ ਕੁ ਅਸੀਂ ਪੁਰਾਣੀਆਂ, ਮੈਨੂੰ ਸ਼ੌਕ ਏ ਖੋਜਾਂ ਪੜ੍ਹਨ ਦਾ, ਮੈਂ ਉਹਦੇ ਵਿੱਚ ਵੇਖਿਆ ਹੈ ਕਿ ਸਾਡਾ ਭਾਰਤ ਵਿੱਚ ਆਯੁਰਵੇਦ ਬਹੁਤ ਐਡਵਾਂਸਡ ਸੀ, ਜਿਹਨੂੰ ਅਸੀਂ ਕਿਤੇ ਗਾਇਬ ਕਰ ਦਿੱਤਾ, ਖਤਮ ਕਰ ਦਿੱਤਾ। ਉਸ ਚੋਂ ਟੋਟਕੇ ਜੇ ਸਾਡੇ ਕੋਲ ਰਹਿ ਗਏ ਨੇ, ਜਿਨ੍ਹਾਂ ਚੋਂ ਸੰਪੂਰਨ ਰੂਪ ਵਿੱਚ ਇਲਾਜ ਅਸੀਂ ਨਹੀਂ ਲੱਭ ਸਕੇ। ਪਰ ਹਾਲੇ ਵੀ ਸ਼ੁਕਰ ਹੈ ਕਿ ਚਾਈਨੀਜ਼ ਇਹਨਾਂ ਚੀਜ਼ਾਂ ਨੂੰ ਕਾਫ਼ੀ ਸੰਭਾਲ ਕੇ ਰੱਖ ਰਹੇ ਨੇ। ਉਹਨਾਂ ਨੇ ਕਾਫ਼ੀ ਐਡਵਾਂਸਡ ਦਵਾਈਆਂ ਵੀ ਕੱਢੀਆਂ ਨੇ, ਜਿਹੜੀਆਂ ਇਹਨਾਂ ਨੂੰ ਕੈਂਸਰ ਲਈ ਜੋ ਉਹ ਵਰਤ ਵੀ ਰਹੇ ਨੇ, ਜਿਨ੍ਹਾਂ 'ਚ ਅਸਰ ਵੀ ਦਿਸ ਰਹੇ ਨੇ ਕਿ ਕਿਸ ਤਰ੍ਹਾਂ ਕੈਂਸਰ ਹੋਣ ਤੋਂ ਬਾਅਦ ਜਦੋਂ ਤੁਸੀਂ ਇਹ ਲੈ ਲਈ ਟ੍ਰੀਟਮੈਂਟ, ਸਰਜਰੀ ਕਰਾ ਲਈ, ਤਾਂ ਉਹ ਦਵਾਈਆਂ ਤੁਹਾਨੂੰ ਕਾਫ਼ੀ ਲੰਬੇ ਸਮੇਂ ਤੱਕ ਕੈਂਸਰ ਦੇ ਸੈੱਲ ਨੂੰ ਫੈਲਣ ਨਹੀਂ ਦਿੰਦੀਆਂ। ਇਹਦਾ ਮਤਲਬ ਇਹ ਸਾਡੇ ਕੋਲ ਖਜ਼ਾਨਾ ਸੀ, ਜਿਹੜਾ ਅਸੀਂ ਗੁਆ ਦਿੱਤਾ, ਜਿਹੜਾ ਕੁਝ ਵੀ ਰੱਖਿਆ ਨਹੀਂ। ਪਰ ਹਾਲੇ ਵੀ ਤਿੱਬਤਨ ਮੈਡੀਸਿਨਸ ਜਿਵੇਂ ਕੁਝ ਨੇ, ਜਾਂ ਕੁਝ ਇਹੋ ਜਿਹੀਆਂ, ਮੈਂ ਕਿਸੇ ਨੂੰ ਕਲੇਮ ਨਹੀਂ ਕਰ ਰਹੀ ਕਿ ਕੋਈ ਕਿੰਨਾ ਕੁ ਹੈ, ਪਰ ਜੋ ਲਿਟਰੇਚਰ ਬੋਲਦਾ ਹੈ ਕਿ ਇਹੋ ਜਿਹੀਆਂ ਦਵਾਈਆਂ ਸਨ ਜਿਹੜੀਆਂ ਜੜੀਆਂ ਬੂਟੀਆਂ ਤੋਂ ਬਣਾ ਕੇ ਦਿੱਤੀਆਂ ਜਾਂਦੀਆਂ ਰਹੀਆਂ ਸਨ ਪੁਰਾਣੇ ਸਮਿਆਂ 'ਚ। ਕਿਉਂਕਿ ਸਾਡੇ ਕੋਲ ਮਮੀਜ਼ ਲੱਭੀਆਂ ਨੇ ਪੁਰਾਣੀ, ਜਿਹੜੀ ਮਰੀਆਂ ਹੋਈਆਂ ਬੋਡੀਜ਼, ਜੋ ਉਹਨਾਂ ਵਿੱਚ ਕੈਂਸਰ ਸੀ ਤੇ ਦਵਾਈਆਂ ਦੇ ਅੰਸ਼ ਮਿਲੇ, ਜੋ ਜੜੀਆਂ ਬੂਟੀਆਂ ਤੋਂ ਬਣੀਆਂ ਹੋਈਆਂ ਸੀ। ਦਾ ਮਤਲਬ ਹੈ ਕਿ ਉਦੋਂ ਵੀ ਐਡਵਾਂਸਡ ਕੇਅਰ ਸੀ, ਹੂੰ, ਪਰ ਉਦੋਂ ਹਾਰਮੋਨਲ ਟ੍ਰੀਟਮੈਂਟ ਨਹੀਂ ਸੀ। ਸੋ ਸਾਡੇ ਕੋਲ ਐਡਵਾਂਸਿਸ ਬਹੁਤ ਹੋ ਰਹੀਆਂ ਨੇ ਕੈਂਸਰ ਰਿਸਰਚ ਤੇ। ਹੋ ਸਕਦਾ ਹੈ ਹੌਲੀ-ਹੌਲੀ ਜਿਸ ਤਰੀਕੇ ਅਸੀਂ ਤੁਰੇ ਹੋਏ ਹਾਂ ਵੱਖੋ ਵੱਖਰੇ ਕੈਂਸਰ ਵੱਲ, ਸ਼ਾਇਦ ਕਿਸੇ ਵੇਲੇ ਇਹ ਜੀਨ ਥੈਰੇਪੀ ਰਾਹੀਂ ਅਸੀਂ ਕੁਝ ਲੱਭ ਸਕੀਏ, ਜਿਹਦੇ ਨਾਲ ਇੱਕ ਦਾ ਕਿਉਰ ਵੀ ਮਿਲ ਸਕੇ। ਇਹ ਖੋਜਾਂ ਜਾਰੀ ਨੇ, ਪਰ ਗਿਲਾ ਹੈ ਇੱਕ ਛੋਟਾ ਜਿਹਾ ਤੁਹਾਡੇ ਰਾਹੀਂ ਸ਼ਾਇਦ ਦੂਰ ਤੱਕ ਸੁਨੇਹਾ ਜਾਏ ਕਿ ਅਸੀਂ ਸਾਰੇ ਬਹੁਤ ਸਾਰੀਆਂ ਚੀਜ਼ਾਂ ਤੇ ਖਰਚ ਕਰਦੇ ਹਾਂ, ਸਮਾਜਿਕ ਸਰੋਕਾਰਾਂ ਲਈ। ਹੋਰ ਵੀ ਬਹੁਤ ਸਾਰੇ ਨੇ ਜਿੱਥੇ ਅਸੀਂ ਸੰਸਥਾਵਾਂ ਜਿੱਥੇ ਦੇ ਰਹੇ ਹਾਂ। ਕਦੇ ਬਹੁਤ ਰੇਅਰ ਹੀ ਜੇ ਕਿਸੇ ਨੇ ਕਦੇ ਖਿਆਲ ਕੀਤਾ ਹੋਏ ਕਿ ਕੈਂਸਰ ਰਿਸਰਚ ਲਈ ਵੀ ਕਿਸੇ ਨੇ ਫੰਡ ਦਿੱਤੇ। ਅਮਰੀਕਾ 'ਚ ਦਿੰਦੇ ਨੇ, ਕੈਨੇਡਾ 'ਚ ਦਿੰਦੇ ਨੇ, ਪਰ ਸਾਡੇ ਮੁਲਕ ਵਿੱਚ ਇਸ ਪ੍ਰਤੀ ਜਾਗਰਤੀ ਨਹੀਂ ਹੈ। ਅਸੀਂ ਇੰਨੇ 'ਚ ਹੀ ਖੁਸ਼ ਹਾਂ ਕਿਸੇ ਨੂੰ 10 ਰੁਪਏ ਸੜਕ ਤੇ ਫੜਾ ਦਿੱਤੇ। ਪਰ ਜੇ ਸਾਡੀਆਂ ਨਸਲਾਂ ਜਿਸ ਤਰੀਕੇ ਦਾ ਅਸੀਂ ਛਿੜਕਾਅ ਕਰ ਕਰਕੇ ਜੋ ਹਾਲ ਕਰ ਦਿੱਤਾ, ਧਰਤੀ ਜ਼ਹਿਰੀਲੀ ਹੈ, ਪਾਣੀ ਜ਼ਹਿਰੀਲਾ ਹੈ, ਹਵਾ ਜ਼ਹਿਰੀਲੀ ਹੈ, ਦਾ ਮਤਲਬ ਇਹ ਬਿਲਕੁਲ, ਆਉਣ ਵਾਲੀਆਂ ਨਸਲਾਂ ਨੂੰ ਅਸੀਂ 20 ਸਾਲ ਤੋਂ ਵੱਧ ਦੀ ਜ਼ਿੰਦਗੀ ਨਹੀਂ ਦੇਣ ਲੱਗੇ, ਕੈਂਸਰ ਨਾਲ ਸਭ ਨੂੰ ਮਰਵਾਵਾਂਗੇ। ਸੋ ਬਿਲਕੁਲ। ਅਸੀਂ ਜੇ ਇਸ ਪੱਖ ਵੱਲ ਧਿਆਨ ਕਰੀਏ, ਸਾਡੇ ਕਿਸਾਨ ਵੀਰ ਵੀ
ਸਿਰਫ ਇਸ ਲਈ ਕਿ ਮੇਰੀ ਉਪਜ ਵੱਧ ਹੋ ਜੇ, ਵਟਕ ਵੱਧ ਹੋ ਜੇ ਦੇ ਨਾਲੋਂ ਜੇ ਅਸੀਂ ਥੋੜਾ ਕੁਦਰਤੀ ਤਰੀਕੇ ਖੇਤੀਬਾੜੀ ਵੱਲ ਵੀ ਤੁਰ ਪਈਏ ਤਾਂ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕਾਂਗੇ, ਕਿਉਂਕਿ ਜਿੰਨੀ ਕੁ ਉੱਧਰੋਂ ਵਟਕ ਹੋਣੀ ਆ ਉਸ ਤੋਂ 50 ਗੁਣਾ ਵੱਧ ਉਹਦੇ ਇਲਾਜ 'ਚ ਲੱਗ ਜਾਣਾ, ਘਰ-ਬਾਰ ਵਿਕ ਜਾਂਦੇ ਨੇ। ਸੋ ਬਿਹਤਰ ਹੈ ਆਪਾਂ ਉਸ ਤੋਂ ਪਰਹੇਜ਼ ਕਰ ਸਕੀਏ ਤਾਂ ਸਾਰੇ ਹੀ ਸਿਹਤਮੰਦ ਰਹਿ ਸਕਾਂਗੇ। ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ-ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਹਰਸ਼ਿੰਦਰ ਕੌਰ। ਕੈਂਸਰ ਭਿਆਨਕ ਨਹੀਂ, ਜੇ ਉਹਦਾ ਸਮੇਂ ਸਿਰ ਇਲਾਜ ਕਰਾ ਲਿਆ ਜਾਵੇ, ਇਲਾਜ ਹੈਗਾ ਆ, ਡਰਨ ਦੀ ਲੋੜ ਨਹੀਂ। ਇਹ ਪ੍ਰੋਗਰਾਮ ਸਿਰਫ ਇਸ ਲਈ ਸੀ ਕਿ ਤੁਹਾਡੇ ਤੱਕ ਜਾਣਕਾਰੀ ਪਹੁੰਚੇ, ਖਾਣ ਪੀਣ ਦਾ ਤਰੀਕਾ ਬਦਲਿਆ ਜਾਏ, ਲੋਕਾਂ ਨੂੰ ਪਤਾ ਲੱਗੇ ਕੈਂਸਰ ਦੇ ਪ੍ਰਤੀ। ਇਹ ਨਾ ਹੋਵੇ ਕਿ ਕੋਈ ਡਰ ਕੇ ਆਪਣੀ ਮੌਤ ਨੂੰ ਆਪ ਸੇੜ ਲਏ। ਇਸ ਕਰਕੇ ਮੁਕਾਬਲਾ ਕਰਨਾ ਚਾਹੀਦਾ ਹੈ। ਜਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਉਹ ਤੋਂ ਪਰਹੇਜ਼ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।